ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੇਵਲ ਸਿੰਘ ਜਗਪਾਲ ਯੂਕੇ ਤੋਂ ਸਾਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 'ਤੇ ਵਧਾਈ ਦਿੰਦਾ। ਇਹ ਦਿਵਸ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਦੇਸ਼ਾਂ ਵਿੱਚ ਮਨਾਇਆ ਗਿਆ। ਤਾਂ ਇਹ ਖਾਸ ਕਰਕੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿੱਚ ਇਹ 19 ਤਰੀਕ ਨੂੰ ਮਨਾਇਆ ਗਿਆ। ਤਾਂ ਬ੍ਰਿਸਬਨ ਆਸਟ੍ਰੇਲੀਆ ਵਿੱਚ ਇਹ 20 ਤਰੀਕ ਨੂੰ ਮਨਾਇਆ ਗਿਆ। ਤਾਂ ਅਸੀਂ ਵੀ ਯਾਰਕਸ਼ਾਇਰ ਦੇ ਵਿੱਚ ਪਿਛਲੇ ਸਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਸੀ, ਪਰ ਕਿਸੇ ਵਜ੍ਹਾ ਕਰਕੇ ਕੋਵਿਡ ਦੀ ਵਜ੍ਹਾ ਕਰਕੇ ਇਸ ਸਾਲ ਨਹੀਂ ਮਨਾ ਸਕਦੇ। ਇਸ ਕਰਕੇ ਤੁਹਾਨੂੰ ਅਸੀਂ ਵਧਾਈ ਦਿੰਦੇ ਹਾਂ ਸਾਰਿਆਂ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਸਾਰਿਆਂ ਨੂੰ। ਤਾਂ ਥੋੜ੍ਹੇ ਜਿਹੇ ਕੈਪਸ਼ਨ ਨੇ ਜਿਹੜੇ ਕਿ ਮੈਂ ਨਾਲ ਅਟੈਚ ਕਰ ਰਿਹਾ ਹਾਂ, ਅਤੇ ਨਾਲੇ ਪਿਛਲੇ ਸਾਲ ਦੀ ਵੀਡੀਓ ਵੀ ਨਾਲ ਅਟੈਚ ਕਰ ਰਿਹਾ ਹਾਂ। ਤਾਂ ਤੁਹਾਨੂੰ ਤੁਸੀਂ ਵੀਡੀਓ ਨੂੰ ਪੂਰੀ ਤਰ੍ਹਾਂ ਵੇਖਣਾ। ਤਾਂ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਮਾਤ ਭਾਸ਼ਾ ਦਿਵਸ ਜਿਸ ਦੇ ਬਾਰੇ ਚ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਜ਼ਿਕਰ ਕਰ ਦਿੱਤਾ ਗਿਆ ਕਿ 1999 ਦੇ ਵਿੱਚ ਸ਼ੁਰੂ ਹੋਇਆ, ਲੇਕਿਨ ਜਿਹੜਾ ਜ਼ਿਕਰ ਮੈਂ ਕਰਨਾ ਉਹ ਜਰਾ ਧਿਆਨ ਨਾਲ ਸੁਣਨਾ ਸਾਰਿਆਂ ਨੇ। ਜੇ ਉਰੇ ਆ ਜਾਓ ਤਾਂ ਬਹੁਤ ਵਧੀਆ ਹੋਊਗਾ। ਕੁਝ ਤੁਹਾਨੂੰ ਬਲੈਕ ਬੋਰਡ ਤੇ ਕਰਕੇ ਵੀ ਦਿਖਾਵਾਂਗੇ। ਜੇ ਬਲੈਕ ਬੋਰਡ ਹੈ, ਵਾਈਟ ਬੋਰਡ ਗੱਲਾਂ ਤੁਹਾਨੂੰ ਸਾਰੀਆਂ ਨਵੀਆਂ ਦੱਸਾਂਗੇ। ਜਿਹੜੀਆਂ ਗੱਲਾਂ ਪਹਿਲਾਂ ਬਲਦੇਵ ਜੀ ਹੋਣੀ ਕੀਤੀਆਂ ਜਾਂ ਭੈਣਾਂ ਕਰਕੇ ਗਈਆਂ ਉਹਨਾਂ ਦੇ ਜਵਾਬ ਵੀ ਦੇਵਾਂਗੇ। ਬੜੇ ਅੱਛੇ ਢੰਗ ਦੇ ਨਾਲ ਤੁਹਾਨੂੰ ਸਮਝਾ ਕੇ ਜਾਵਾਂਗੇ ਕਿ ਪੰਜਾਬੀ ਬੋਲੀ ਜਿਹੜੀ ਆ ਉਹਦੀ ਸਿਚੁਏਸ਼ਨ ਕੀ ਹੈ। ਬਰਤਾਨੀਆ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਕਿਵੇਂ ਪੜ੍ਹਾਈ ਜਾਣੀ ਹੈ, ਹਿੰਦੁਸਤਾਨ ਦੇ ਵਿੱਚ ਪੰਜਾਬੀ ਕਿੱਥੇ ਖੜੀ ਹੈ, ਉੱਥੇ ਕਿਵੇਂ ਪੜ੍ਹਾਈ ਜਾਣੀ ਹੈ ਤੇ ਕਿਵੇਂ ਪੜ੍ਹਾਈ ਜਾਂਦੀ ਹੈ, ਇਹਦੇ ਬਾਰੇ ਵਿੱਚ ਆਪਾਂ ਵਿਚਾਰ ਕਰਾਂਗੇ। ਮਿੰਟ ਮੇਰੇ ਕੋਲ 25 ਹੈ ਔਰ 25 ਮਿੰਟ ਤੋਂ 1 ਸੈਕਿੰਡ ਵੀ ਜ਼ਿਆਦਾ ਨਹੀਂ ਮੈਂ ਬੋਲਣਾ। ਮੈਨੂੰ ਸੁਰਿੰਦਰ ਜੀ ਕੋਲ ਨਾਮ ਦੱਸ ਦੇਣਾ ਕਿ ਮੈਨੂੰ ਦੱਸ ਦੇਣ ਕਿ ਮੇਰਾ ਟਾਈਮ ਬਹੁਤ ਮੈਂ ਜ਼ਿਆਦਾ ਰਿਸਪੈਕਟ ਕਰਦਾ। ਜਿੰਨਾ ਟਾਈਮ ਮੈਨੂੰ ਐਲੋਕੇਟ ਕੀਤਾ ਗਿਆ ਹੋਵੇ ਉਨੇ ਟਾਈਮ ਦੇ ਵਿੱਚ ਮੈਂ ਆਪਣੀ ਗੱਲ ਸਮਾਪਤ ਕਰਨੀ ਹੁੰਦੀ ਹੈ। ਸਭ ਤੋਂ ਪਹਿਲੀ ਗੱਲ, ਮਾਂ ਬੋਲੀ ਕਿਹਨੂੰ ਕਹਿੰਦੇ ਆ? ਜਿਹੜੀ ਮਾਂ ਦੀ ਪਹਿਲੀ ਲੋਰੀ ਹੁੰਦੀ ਹੈ, ਜਿਹੜੀ ਮਾਂ ਦਾ ਪਹਿਲਾ ਜਿਹੜਾ ਆ ਬੋਲ ਹੁੰਦਾ ਕਿਸੇ ਜਨਮ ਲੈਣ ਵਾਲੇ ਬੱਚੇ ਦੇ ਕੰਨਾਂ ਦੇ ਵਿੱਚ ਪੈਂਦਾ ਹੈ, ਉਹ ਬੋਲ ਜਿਹਦੇ ਵਿੱਚ ਲੋਰੀਆਂ, ਜਿਹਦੇ ਵਿੱਚ ਸ਼ਹਿਦ ਖੰਡ ਘੁਲੀ ਹੁੰਦੀ ਹੈ, ਪਤਾਸਿਆਂ ਦਾ ਮਿਠਾਸ ਜਿਹੜੀ ਘੁਲੀ ਹੁੰਦੀ ਹੈ, ਉਹ ਮਾਂ ਬੋਲੀ ਹੁੰਦੀ ਹੈ। ਅਸੀਂ ਆਪਣੀ ਮਾਂ ਦੀ ਲਾਜ ਰੱਖਣੀ ਹੈ ਤਾਂ ਆਪਣੀ ਮਾਂ ਬੋਲੀ ਦਾ ਲੜ ਘੁੱਟ ਕੇ ਫੜਨਾ ਪੈਣਾ। ਸਭ ਤੋਂ ਪਹਿਲੀ ਗੱਲ ਸਮਝਣ ਵਾਲੀ ਇਹ ਹੈ, ਦੁਨੀਆ ਦੇ ਵਿੱਚ ਹਰ ਜੀਵ ਦੀਆਂ 3 ਮਾਵਾਂ ਹੁੰਦੀਆਂ। ਬਾਣੀ ਦੇ ਹਵਾਲੇ ਨਾਲ ਕਹੂੰਗਾ, ਮਾਤਾ ਧਰਤ ਮਹਤ,
पालनहार है। पहली माता धरती है जिसने पालन दे, बड़े होने दे, परवरिश होने दे सारे वसीले देते हैं फ्री दे विच, कोई चार्ज नहीं दिया। ऑक्सीजन हॉस्पिटलों दे विच मुफ्त नहीं मिलती, मुल मिलती है। लेकिन असीं हर रोज सिलेंडर ऑक्सीजन के अंदर लेते हैं। 36 प्रकार के पदार्थ खाते हैं। पानी जीवन है, पिता है, पवन गुरु पानी पिता है, माता धरत महत। जदों गुरु साहिबान ने इन्हां दी महत्ता दी है तो सानू इन्हां दी महत्ता जिहड़ी है समझनी चाहिए है। धरती माता की मैं गल इस करके करदा क्योंकि जिस खित्ते दे विच असीं पैदा हुंदे हैं, जिस इलाके दे विच असीं पैदा हुंदे हैं, उस इलाके की एक अपनी बोली हुंदी है जिन्हों मां बोली जां रीजनल बोली जां लोकल बोली कह दिता जाता, खेतरी बोली कह दिता जाता, वो साडी जबान दे उत्ते हुंदी है। बोली आवाज़ां दा सुमेल है। आपां मेरे ख्याल तुहाडे विच कोई शब्द कीर्तन वाले बैठे होण जां गाउण वाले बैठे होण जां आपां गाना तो सारे ही सुनते हैं, कीर्तन सारे ही सुनते हैं, लेकिन सारे गामा पा दे बारे विच कदे सुनिया की है? सारे गामा पा आ जिहड़ी बोली है ये सारे गामा पा है। मैं ये समझाना चाहना, बेशक मेरा बहुत बड़ा टाइम, मेरे को 25 मिनट है, तो मैं गल अपनी जिहड़ी मैनूं विशा दिता गया बरतानिया दे विच बच्चों नूं पंजाबी किवें पढ़ाउणी है ਉਹਦੇ बारे च है। लेकिन मैं चाहना है कि ये गल्लां जरूर दस्सण वालियां। बोली अपने आप दे विच विग्यानक है। जदों इस सिस्टम नूं तुसीं समझण दी कोशिश करोगे, साह नक राह अंदर जांदा फेफड़ियां दे विच। बेकार जिहड़ी आपां जिहनूं कहने कार्बन डाइऑक्साइड बेकार नहीं जाती, बोली ਉਹਦੇ ਤੋਂ पैदा ਹੁੰਦੀ है। फेफड़ियां दे विचों साह आउंदा है। आ जिहड़ा साउंड बॉक्स है जिन्हों आपां घंटी कहने हैं, ਇਹਦੇ ਵਿੱਚ 2 वोकल कॉर्ड्स ਹੁੰਦੀਆਂ, बहुत सॉफ्ट ਹੁੰਦੀਆਂ, तंतु ਉਹਨਾਂ ਦੀ ਵਾਈਬ੍ਰੇਸ਼ਨ ਦੇ ਨਾਲ ਜਦੋਂ ਸ਼ਾਹ ਬਾਹਰ ਨਿਕਲਦਾ, ਉਹਨਾਂ ਦੀ ਵਾਈਬ੍ਰੇਸ਼ਨ ਦੇ ਨਾਲ ਇਹ ਆਵਾਜ਼ਾਂ ਪੈਦਾ ਹੁੰਦੀਆਂ। और ये आवाज़ां जिहड़ियां है वक्रियां वक्रियां पैदा होनियां। इन्ना सिस्टमैटिक, इन्ना साइंटिफिक, इन्ना विग्यानक सिस्टम है ये अजे तक असीं समझ नहीं सकते। असीं कहने नहीं यार ये तो वही है। उदों समझा जाता जदों कोई दूसरी भाषा का वक्त साडी भाषा सीखण की कोशिश करता, जदों असीं अंग्रेजी सीखण की कोशिश करते हैं, उदों सानूं पता लगता है कि इहदा दे विच वेरीएशन की है। पंजाबी बोली दुनिया की बहुत इको एक बोली है जिहदे विच 3 सुरां दी 3 सुरां जिन्हों आपां टोन्स कहते हैं अंग्रेजी दे विच 3 सुरां पाईयां जांदियां। हाई टोन है, लेवल टोन है एंड लो टोन है। और इक्को ही शब्द के उत्ते एक्सेंट दे के असीं वख-वख तरह के जिहड़े उन्हां दे अर्थ जिहड़े वो प्रगटा जाते हैं। मैं उदाहरण दे के गल के तोरूंगा। शब्द है टाली, टैंके नूं कन्ना हा हा लल्ले नूं बिहारी। हुण इहदे विच आवाज़ां किन्नियां आ ये गिणनियां, ये ब्लैक बोर्ड दा विशा जी। ਇਹਦੇ ਵਿੱਚ ਆਵਾਜ਼ਾਂ ਕਿੰਨੀਆਂ ਹੈ? ਅਸੀਂ ਬੋਲੀ ਦੇ ਵਿਗਿਆਨ ਦੀ ਗੱਲ ਕਰਦੇ ਹਾਂ। ਜਦੋਂ ਇਹ ਚੀਜ਼ਾਂ ਸਮਝ ਲਵਾਂਗੇ ਕਿ ਇਹ ਬੱਚੀਆਂ ਜਿਹੜੀਆਂ ਅੱਜ ਇੱਥੇ ਦੱਸ ਕੇ ਗਈਆਂ ਕਿ ਆਹ ਪ੍ਰੋਬਲਮ ਆਉਂਦੀਆਂ, ਉਹਨਾਂ ਦੇ ਵਿੱਚੋਂ ਕੁਝ ਪ੍ਰੋਬਲਮਾਂ ਜਿਹੜੀਆਂ ਲੋਕਲ ਮੈਨੇਜਮੈਂਟ ਦੇ ਨਾਲ ਸੰਬੰਧਿਤ ਹੈ। ਕੰਪਿਊਟਰ ਵੀ ਨਹੀਂ ਪ੍ਰੋਵਾਈਡ ਕਰਨੇ ਆ, 90% ਕੰਪਿਊਟਰ ਵੀ ਪ੍ਰੋਵਾਈਡ ਕਰਨੇ ਆ। टीचर नूं जिहड़ी रिफ्रैशर ट्रेनिंग है उन्हें प्रोवाइड करनी है क्योंकि स्कूल उन्होंने मैं नहीं करना। लेकिन जिहड़ी मेरे कहण की गल ये है कि जिहड़ी सिखलाई है टीचर नूं उस लीवल की दित्ती जाए कि वो इंग्लिश वाला बच्चा जिहड़ा साडा बच्चा साडी अगली जनरेशन के बच्चे हैं
ਉਹਨਾਂ ਦੀ ਪਹਿਲੀ ਬੋਲੀ ਕਿਹੜੀ ਹੈ? ਇਸ ਮੁਲਕ ਦੇ ਵਿੱਚ ਇੰਗਲਿਸ਼ ਹੈ। ਫਿਰ ਅਸੀਂ ਉਹਨਾਂ ਦੇ ਉੱਤੇ ਜ਼ੋਰ ਦੇ ਨਾਲ ਕਿਵੇਂ ਦੂਜੀ ਬੋਲੀ ਪਾਵਾਂਗੇ? ਕੁਐਸਚਨ ਮਾਰਕ ਹੈ। ਦੂਜੀ ਬੋਲੀ ਜਿਹੜੀ ਹੈ ਇੱਥੇ ਸਕੂਲਾਂ ਦੇ ਵਿੱਚ ਚੱਲਦੀ ਆ, ਮਾਡਰਨ ਲੈਂਗੁਏਜ ਦੇ ਵਿੱਚ ਆਪਸ਼ਨਲ ਚੱਲਦੀ ਹੈ। ਹੁਣ ਉਹ ਬੱਚੇ ਨੂੰ ਤੁਸੀਂ ਪ੍ਰੇਰਿਤ ਕਿਵੇਂ ਕਰਨਾ ਕਿ ਉਹ ਸਾਡੀ ਬੋਲੀ ਸਿੱਖੇ? ਕਿ ਕਾਕਾ ਅਸੀਂ ਤੇਰੇ ਬਾਪੇ ਆ, ਤੇਰੇ ਦਾਦੇ ਪੜਦਾਦੇ ਆ, ਸਾਡੀ ਬੋਲੀ ਇਹ ਹੈ, ਤੂੰ ਆ ਸਾਡੀ ਬੋਲੀ ਫੜ। ਇਹਨਾਂ ਕਹਿਣ ਦੇ ਨਾਲ ਗੱਲ ਨਹੀਂ ਬਣਨੀ। ਉਹ ਕਹੂਗਾ ਮੈਨੂੰ ਇਹਦਾ ਫਾਇਦਾ ਦੱਸੋ ਕੀ ਹੈ, ਮੈਂ ਇਹ ਸਿੱਖ ਕੇ ਕਰਨੀ ਕੀ ਹੈ? ਸਵਾਲ ਹੈ, ਇਹਦਾ ਜਵਾਬ ਢੰਗ ਨਾਲ ਦੇਣਾ ਪਊਗਾ। ਇਹਦਾ ਜਵਾਬ ਦੇਣ ਵਾਸਤੇ ਮੈਂ ਉਹ ਪਹਿਲੇ ਵਾਲਾ ਫਿਕਰਾ ਭੁੱਲ ਗਿਆ, ਉਹ ਤੁਹਾਨੂੰ ਸਮਝਾ ਕੇ ਜਾਊਂਗਾ। ਉਹਦੇ ਨਾਲ ਤੇ ਹੋਰ ਵੀ ਬਹੁਤ ਸਾਰੇ ਦੱਸੂਗਾ। ਜਵਾਬ ਦੇਣ ਦੇ ਵਾਸਤੇ ਲੌਜਿਕ ਹੋਣਾ ਜ਼ਰੂਰੀ ਹੈ, ਦਲੀਲ ਹੋਣੀ ਜ਼ਰੂਰੀ ਆ, ਉਦਾਹਰਨ ਤਰਕ ਜ਼ਰੂਰੀ ਹੈ। ਜੇ ਤਰਕ ਦਾ ਫੱਲਾ ਫੜ ਕੇ ਕਹੋਗੇ ਤਾਂ ਸਭ ਕੁਝ ਠੀਕ ਹੈ। ਬੋਲੀ ਸੱਭਿਆਚਾਰ ਦੀ ਜੜ ਹੁੰਦੀ ਹੈ। ਮੈਂ ਇਹਨੂੰ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਸਮਝਾਵਾਂਗਾ। ਭਾਸ਼ਾ ਜਿਹੜੀ ਮਾਤ ਭਾਸ਼ਾ ਹੈ ਉਹ ਇੱਕ ਸੱਭਿਆਚਾਰ ਰੂਪੀ ਦਰਖਤ ਦੀ ਸ਼ਾਹ ਜੜ। ਜੇ ਆਪਾਂ ਦਰਖਤ ਦੀ ਜੜ ਵੱਢ ਦਈਏ ਤਾਂ ਵੱਜੂ, ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੋਂ ਵੀ ਕਿਸੇ ਬਾਹਰੀ ਹਮਲਾਵਰ ਨੇ ਕੋਈ ਹਮਲਾ ਕੀਤਾ, ਨੈਪੋਲੀਅਨ ਬੋਨਾਪਾਰਟ ਨੇ ਇਹ ਗੱਲ ਕਹੀ ਹੈ, ਉਹਨੇ ਵਿਸ਼ਵ ਜਿੱਤਿਆ ਸੀ। ਇਹਨਾਂ ਨੂੰ ਕਿਸੇ ਦੁਨੀਆ ਦੇ ਲੋਕਾਂ ਨੂੰ ਕੁੱਟਣ ਮਾਰਨ ਦੀ ਲੋੜ ਨਹੀਂ, ਕੋਈ ਬੰਦੂਕਾਂ ਦੀ, ਕੋਈ ਤੋਪਾਂ ਦੀ ਜ਼ਰੂਰਤ ਨਹੀਂ। ਇਹਨਾਂ ਦੀ ਬੋਲੀ ਖੋਲੋ। ਰਸ਼ੀਆ ਦੇ ਵਿੱਚ ਕੋਈ ਬੱਚਾ ਆਪਣੀ ਮਾਂ ਬੋਲੀ ਤੋਂ ਦੂਸਰੀ ਬੋਲੀ ਸ਼ੁਰੂ ਕਰ ਦਿੰਦਾ ਨਾ, ਤੇ ਮਾਮਾ ਕਾਲੀ ਚੁੰਨੀ ਸਿਰ ਦੇ ਉੱਤੇ ਲੈਣ ਲੱਗ ਪੈਂਦੀ। ਕਿਉਂ ਲੈਂਦੀਆਂ ਬਈ? ਕਾਲੀ ਚੁੰਨੀ ਲੈਣ ਦਾ ਮਤਲਬ ਉੱਥੇ ਇਹ ਹੈ ਕਿ ਕੋਈ ਘਰ ਦੇ ਵਿੱਚ ਮਰ ਗਿਆ, ਸੋਗ ਹੈ। ਵੱਡੀਆਂ ਵੱਡੀਆਂ ਉਦਾਹਰਨਾਂ ਦੁਨੀਆ ਦੇ ਵਿੱਚ ਮਿਲਦੀਆਂ। ਸਾਡੀ ਬੋਲੀ ਵਿਸ਼ਵ ਦੇ ਵਿੱਚ 7000 ਬੋਲੀਆਂ ਬੋਲੀਆਂ ਜਾਂਦੀਆਂ, ਉਹਨਾਂ ਦੇ ਵਿੱਚੋਂ 10ਵੇਂ ਨੰਬਰ ਦੇ ਉੱਤੇ। ਸਾਡੀ ਬੋਲੀ ਇੰਗਲਿਸ਼ ਤੋਂ ਪੌਣੇ 200 ਸਾਲ ਬੜੀ ਹੈ। ਕਦੇ ਸੋਚਿਆ ਕਦੇ ਇਹਦੇ ਬਾਰੇ? ਅੰਗਰੇਜ਼ੀ ਦਾ ਪਹਿਲਾ ਕਵੀ ਜਿਹੜਾ ਹੈ ਉਹ ਜੈਫਰੀ ਚੌਸਰ ਹੋਇਆ, ਉਹ 14ਵੀਂ ਸਦੀ ਦੇ ਵਿੱਚ ਹੋਇਆ। ਸਾਡਾ ਪਹਿਲਾ ਕਵੀ ਜਿਹੜਾ ਬਾਬਾ ਫਰੀਦ ਹੋਇਆ 12ਵੀਂ ਸਦੀ ਦੇ ਵਿੱਚ ਹੋਇਆ। ਔਰ 12ਵੀਂ ਸਦੀ ਦੀ ਪੰਜਾਬੀ, ਅੱਜ ਦੀ ਪੰਜਾਬੀ, ਦੋਨਾਂ ਨੂੰ ਇੱਕ ਖੜੀ ਕਰਕੇ ਦੇਖ ਲਓ ਕਿ 12ਵੀਂ ਸਦੀ ਦੇ ਵਿੱਚ ਪੰਜਾਬੀ ਬੋਲੀ ਕਿੱਥੇ ਖੜੀ ਸੀ, ਅੱਜ ਕਿੱਥੇ ਖੜੀ ਹੈ। 12ਵੀਂ ਸਦੀ ਦੇ ਵਿੱਚ ਇੰਨੀ ਮਾਂਝੀ ਸਵਾਰੀ ਹੋਈ ਬੋਲੀ ਸੀ, ਤੇ ਇਹ ਬੋਲੀ ਦੇ ਪਛੜੇਵੇਂ ਦਾ ਕੀ ਕਾਰਨ ਹੈ? ਇੱਥੇ ਆ ਕੇ ਨੁਕਤਾ ਜਿਹੜਾ ਖੜਦਾ। ਅਸੀਂ ਪਛੜਦੇ ਕਿਉਂ ਜਾ ਰਹੇ ਹਾਂ? ਬਲਦੇਵ ਜੀ ਨੇ ਜ਼ਿਕਰ ਕੀਤਾ ਕਿ ਬੋਲੀ ਜਿਹੜੀ ਹੈ ਉਹ ਪਛੜਦੀ ਜਾ ਰਹੀ ਹੈ। ਸਾਡੇ ਲੋਕਾਂ ਦਾ ਰੁਝਾਨ ਨਹੀਂ ਹੈ, ਸਾਡੇ ਬੱਚਿਆਂ ਦਾ ਧਿਆਨ ਨਹੀਂ ਹੈ। ਉਹਦੀ ਵਜ੍ਹਾ, ਉਹਦੇ ਬਹੁਤ ਸਾਰੇ ਕਾਰਨ ਨੇ। ਸਮਾਜਿਕ ਕਾਰਨ ਨੇ, ਸੱਭਿਆਚਾਰਕ ਕਾਰਨ ਨੇ, ਧਾਰਮਿਕ ਕਾਰਨ ਨੇ, ਬੌਧਿਕ ਕਾਰਨ ਨੇ, ਤਕਨੀਕੀ ਕਾਰਨ ਨੇ, ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦਾ ਜ਼ਿਕਰ ਬਲਦੇਵ ਜੀ ਨੇ ਕੀਤਾ। ਸਮਾਜਿਕ ਕਾਰਨਾਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ? ਮੀਡੀਆ ਦਾ ਸਾਡੇ ਤੇ ਕਿੰਨਾ ਅਸਰ ਹੈ? ਵਿਦੇਸ਼ੀ ਮੀਡੀਆ ਦਾ ਸਾਡੇ ਘਰਾਂ ਦਾ ਵਾਤਾਵਰਨ ਕੀ ਹੋ ਗਿਆ? ਇਹ ਸਾਰਾ ਸਮਾਜਿਕ ਹੈ। ਸਾਂਝੇ ਪਰਿਵਾਰਾਂ ਤੋਂ ਟੁੱਟ ਕੇ ਜਦੋਂ ਮਾਈਕਰੋ ਫੈਮਿਲੀਜ਼ ਬਣ ਗਈਆਂ, ਬੋਲੀ ਉਦੋਂ ਵੀ ਜਿਹੜੀ ਆ ਉਹ ਪ੍ਰਭਾਵਿਤ ਹੋਈ ਹੈ ਬੁਰੀ ਤਰ੍ਹਾਂ। ਜਦੋਂ ਆਰਥਿਕਤਾ ਦੀ ਹੱਡੀ ਰੀੜ ਦੀ ਟੁੱਟ ਗਈ ਨਾ, ਕਿਸੇ ਦੀ ਖਾਣ ਨੂੰ ਰੋਟੀ ਹੈ ਨਹੀਂ, ਫਿਰ ਉਹ ਆਇਲਟ ਕਰਦਾ ਹੈ। ਉਹ ਕਹਿੰਦਾ ਨਹੀਂ, ਆਇਲਟ ਕਰ ਲਈ ਮੈਂ 10ਵੀਂ ਪਾਸ ਤੋਂ ਬਾਅਦ ਕਰਕੇ, ਆਇਲਟ ਕਰਕੇ ਮੈਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਜਾਣਾ। ਉਹਦੀ ਮਜਬੂਰੀ ਬਣ ਗਈ ਸਿੱਖਣ ਦੀ, ਪੰਜਾਬੀ ਦੀ ਬਜਾਏ ਅੰਗਰੇਜ਼ੀ ਸਿੱਖ। ਸਾਡੇ ਸੱਭਿਆਚਾਰ ਦੇ ਵਿੱਚ, ਸਿੱਖਿਆਕ ਢਾਂਚੇ ਦੇ ਵਿੱਚ ਬਹੁਤ ਸਾਰੀਆਂ ਘਾਟਾਂ। ਕਈ ਵਾਰ ਇਸ ਤਰ੍ਹਾਂ ਲੱਗਦਾ ਇਹ ਸਾਜ਼ਿਸ਼ ਹੈ, ਇੱਕ ਕਨਸਪੀਰੇਸੀ ਹੈ ਕਿ ਜੋ ਨੈਪੋਲੀਅਨ ਨੇ ਕਿਹਾ ਉਹ ਇੰਪਲੀਮੈਂਟ ਕੀਤਾ ਜਾ ਰਿਹਾ ਸਿੱਧੇ ਅਸਿੱਧੇ ਢੰਗ ਦੇ ਨਾਲ ਸਾਡੇ ਲੋਕਾਂ ਦੇ ਉੱਤੇ। ਇੱਕ ਨੁਕਤਾ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਕਿ ਅੱਜ ਆਪਾਂ ਮਦਰ ਲੈਂਗੁਏਜ ਡੇ ਮਨਾ ਰਹੇ ਹਾਂ, ਔਰ ਇਹਦੇ ਪਿੱਛੇ ਕਾਰਨ
ਪੰਜਾਬੀ ਬੋਲੀ ਵੀ ਹੈ। ਕਦੇ ਨਹੀਂ ਸੋਚਿਆ ਹੋਊਗਾ ਤੁਸੀਂ, ਜਿਹੜਾ UN ਨੇ ਕਹਿਤਾ ਹੈ ਕਿ 21 ਫਰਵਰੀ ਹਰ ਸਾਲ 1999 ਤੋਂ ਪੂਰੇ ਵਿਸ਼ਵ ਦੇ ਵਿੱਚ ਜਿੰਨੀਆਂ ਲੈਂਗੁਏਜਸ ਹੈਗੀਆਂ ਉਹਨਾਂ ਦਾ ਦਿਨ ਮਨਾਇਆ ਜਾਊਗਾ, ਉਹਦੇ ਪਿੱਛੇ ਪੰਜਾਬੀ ਲੈਂਗੁਏਜ ਹੈ। ਸਭ ਤੋਂ ਪਹਿਲਾਂ ਪੰਜਾਬੀ ਲੈਂਗੁਏਜ ਹੈ। ਹੁਣ ਇਹ ਸਵਾਲ ਤੁਹਾਡੇ ਸਾਰਿਆਂ ਦੇ ਮਨ 'ਚ ਪੈਦਾ ਹੋਊਗਾ ਕਿਵੇਂ? 1947 ਵੇਲੇ ਜਿਹੜੀ ਵੰਡ ਹੋਈ ਹੈ, ਜਿਹਨੂੰ ਹਿੰਦੁਸਤਾਨ ਦੀ ਆਜ਼ਾਦੀ ਕਹਿੰਦੇ ਆ, ਪਾਕਿਸਤਾਨ ਦੀ ਆਜ਼ਾਦੀ ਕਹਿੰਦੇ ਆ, ਇਹ ਆਜ਼ਾਦੀ ਨਹੀਂ, ਪੰਜਾਬ ਦੀ, ਪੰਜਾਬੀ ਦੀ, ਪੰਜਾਬੀਅਤ ਦੀ ਬਰਬਾਦੀ ਹੈ। ਪੰਜਾਬ ਆਪਣੇ ਆਪ ਦੇ ਵਿੱਚ ਮੁਲਕ ਸੀ ਜਿਹੜਾ ਦੋ ਟੋਟੇ ਕਰ ਦਿੱਤਾ ਗਿਆ। ਉਸ ਵੇਲੇ ਜਦੋਂ ਇਹ ਵੰਡ ਹੋ ਗਈ, ਪੂਰਬੀ ਤੇ ਪੱਛਮੀ ਪਾਕਿਸਤਾਨ, ਬੰਗਲਾ ਲੈਂਗੁਏਜ ਜਿਹੜੀ ਹੈ ਉੱਥੇ ਬਹੁਤ ਗਿਣਤੀ ਸੀ ਪਾਕਿਸਤਾਨ ਦੇ ਵਿੱਚ, ਪੰਜਾਬੀ ਦੂਜੇ ਨੰਬਰ ਤੇ ਸੀ। ਬੰਗਲਾ ਵਾਲਿਆਂ ਨੇ ਆਪਣੀ ਮਾਂ ਦਾ ਪੱਲੂ ਘੁੱਟ ਕੇ ਫੜਿਆ, ਆਪਣੇ ਮਾਂ ਦੇ ਦੁੱਧ ਦੀ ਲਾਜ ਰੱਖੀ, ਸੰਘਰਸ਼ ਕੀਤਾ ਕਿ ਪਾਕਿਸਤਾਨ ਦੇ ਵਿੱਚ ਉਰਦੂ ਨਹੀਂ ਬੰਗਲਾ ਲੈਂਗੁਏਜ ਲਾਗੂ ਕਰੋ। ਗੋਲੀਆਂ ਚੱਲੀਆਂ। 1952 ਦੇ ਵਿੱਚ ਢਾਕਾ ਯੂਨੀਵਰਸਿਟੀ ਦੇ ਮੋਹਰੇ 5 ਸਟੂਡੈਂਟ ਮਾਰੇ ਗਏ। ਉਸ ਸੱਟ ਨੂੰ ਇੰਨੇ ਡੂੰਘੇ ਤੌਰ ਤੇ ਲਿਆ, ਕੈਨੇਡਾ ਦੇ ਵਿੱਚ ਕੋਈ ਬੈਠਾ ਬੰਦਾ ਆਪਣੀ ਮਾਂ ਦਾ ਹਮਦਰਦ, ਆਪਣੀ ਬੋਲੀ ਦਾ ਹਮਦਰਦ, ਉਹਨੇ ਪਟੀਸ਼ਨ ਕਰ ਦਿੱਤੀ ਸਾਈਨ ਉੱਥੇ UN ਦੇ ਵਿੱਚ, ਬੰਗਲਾਦੇਸ਼। ਉੱਤੇ 10-15 ਸਾਲ ਹੁੰਦੀ ਰਹੀ ਗੱਲਬਾਤ, ਲੇਕਿਨ 99 ਦੇ ਵਿੱਚ ਉਹ ਲਾਗੂ ਹੋ ਗਿਆ। ਉਸ ਵੇਲੇ ਜੇ ਪੰਜਾਬੀ ਸੰਘਰਸ਼ ਕਰਦੇ, ਹੋ ਸਕਦਾ ਪੰਜਾਬ ਦੇ ਵਿੱਚ 65% ਲੋਕ ਪੰਜਾਬੀ ਵਸਦੇ ਹੈ। ਤੁਹਾਡੀ ਜਾਣਕਾਰੀ ਦੇ ਵਿੱਚ ਦੱਸ ਦਈਏ, ਪੰਜਾਬੀ ਉੱਥੇ ਬੋਲੀ ਹੋ, ਪਾਕਿਸਤਾਨ ਦੇ ਵਿੱਚ ਵੀ ਲਾਗੂ ਹੋ ਸਕਦੀ ਹੈ। ਔਰ ਇਹਦੇ ਪਿੱਛੇ ਬਹੁਤ ਸਾਰਾ ਕੁਝ ਹੈ। ਜਿਹੜੀ ਵੰਡ ਹੋਈ ਹੈ ਉਹਦੇ ਪਿੱਛੇ ਬਹੁਤ ਕੁਝ ਹੈ। ਉਹਦੇ ਬਾਰੇ ਚ ਮੈਂ ਅਗਲੇ ਮਹੀਨੇ ਇੱਕ ਮੇਰੀ ਕਿਤਾਬ ਆ ਰਹੀ ਹੈ, ਉਹ ਚੋਂ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਕਿ ਐਕਚੁਅਲਿਟੀ ਕੀ ਹੈ, ਅਸੀਂ ਕੀ ਪੜ੍ਹਦੇ ਰਹੇ, ਸਾਨੂੰ ਕੀ ਪੜ੍ਹਾਇਆ ਜਾਂਦਾ ਰਿਹਾ। ਸਾਨੂੰ ਇਹ ਕਿਹਾ ਜਾਂਦਾ ਰਿਹਾ ਜਿਸ ਮੁਲਕ ਦੇ ਵਿੱਚ ਬੈਠੇ ਆ ਇਹਨਾਂ ਨੇ ਭਾਰਤ ਦੇ ਰਾਜ ਕਰੋ ਦੀ ਨੀਤੀ ਦੇ ਉੱਤੇ ਚੱਲ ਕੇ ਇਹ ਮੁਲਕ ਦੋ ਬਣਾਏ ਆ। ਇਹ ਉਹ ਚੀਜ਼ ਹੁੰਦੀ ਹੈ ਤੇ ਫਿਰ ਅਸੀਂ ਇੱਦਾਂ ਗੁਰਦੁਆਰਾ ਬਣਾ ਕੇ ਇਸ ਮੁਲਕ ਦੇ ਵਿੱਚ ਬੈਠ ਸਕਦੇ ਸੀ? ਕਦੇ ਸੋਚਿਆ ਨਹੀਂ। 115 ਮੁਲਕਾਂ ਦੇ ਲੋਕ ਇਸ ਮੁਲਕ ਦੇ ਵਿੱਚ ਵਸਦੇ ਆ। ਇਹ ਤਾਂ ਲੜਾ ਲਾ ਕੇ ਮਾਰ ਦਿੰਦੇ। ਕਿੰਨਾ ਪਿਆਰ ਦੇ ਨਾਲ ਰੱਖਦੇ ਆ, ਸਾਰਿਆਂ ਦਾ ਧਿਆਨ ਰੱਖਦੇ ਆ। ਮੈਂ ਗੋਰਿਆਂ ਦਾ ਉਹਨਾਂ ਦਾ ਪੱਖ ਨਹੀਂ ਕਰਦਾ, ਲੇਕਿਨ ਅਸਲੀਅਤ ਜ਼ਰੂਰ ਹੈ। ਜੋ ਮੇਰਾ 25-26 ਸਾਲ ਦਾ ਤਜਰਬਾ, ਮੈਂ ਉਹ ਅਸਲੀਅਤ ਬਿਆਨ ਕਰਦਾ। ਇੱਥੇ ਗੁਰਦੁਆਰੇ ਵੀ ਨੇ, ਮੰਦਿਰ ਵੀ ਨੇ, ਮਸਜਿਦਾਂ ਵੀ ਨੇ, ਗਿਰਜੇ ਵੀ ਨੇ, ਸਭ ਕੁਝ ਨੇ। ਫਿਰ ਜੇ ਇਹਨਾਂ ਨੇ ਪਾਟੋ ਦਾ ਰਾਜ ਕਰੋ ਵਾਲੀ ਨੀਤੀ ਵਰਤਣੀ ਸੀ, ਉੱਥੇ ਹਿੰਦੁਸਤਾਨ ਦੇ ਉੱਤੇ ਵਰਤਣੀ ਸੀ। ਉਹਦੇ ਪਿੱਛੇ ਬਹੁਤ ਵੱਡੀ ਥਿਊਰੀ ਹੈ ਜਿਹੜੀ ਸਾਨੂੰ ਗਲਤ ਦੱਸੀ ਗਈ ਹੈ। ਉਵੇਂ ਹੀ ਜਿਵੇਂ ਭਗਤ ਸਿੰਘ ਨੂੰ ਇੱਕ ਬਦਮਾਸ਼ ਦੇ ਤੌਰ ਤੇ ਪੇਸ਼ ਕੀਤਾ ਗਿਆ, ਉਹਦੇ ਹੱਥ ਵਿੱਚ ਰਿਵਾਲਵਰ ਦਿਖਾਇਆ ਜਾਂਦਾ, ਸੇਮ ਚੀਜ਼। ਸੋ ਇਹਨਾਂ ਕੋ ਇਹ ਤੋਂ ਬਾਅਦ ਮੈਂ ਅੱਗੇ ਜਾਣਾ ਚਾਹੁੰਦਾ। ਸੋ ਗੱਲ ਅੱਗੇ ਚੱਲਦੀ ਹੈ ਕਿ ਇੰਗਲਿਸ਼ ਸਾਡੇ ਬੱਚੇ, ਉਹਨਾਂ ਦੀ ਪਹਿਲੀ ਭਾਸ਼ਾ, ਉਹਨਾਂ ਨੂੰ ਪੰਜਾਬੀ ਬੋਲੀ ਸਿਖਾਉਣ ਦੇ ਵਾਸਤੇ ਲੌਜਿਕ ਕੀ ਦੇਣਾ। ਉਹ ਲੌਜਿਕ ਮੈਂ ਤੁਹਾਨੂੰ ਦੱਸਣ ਲੱਗਾ, ਧਿਆਨ ਨਾਲ ਸੁਣਿਆ ਜੇ। ਨੰਬਰ 1 ਮੈਂ ਪਹਿਲਾਂ ਦੱਸ ਚੁੱਕਾ ਕਿ ਬੋਲੀ ਜੜ ਹੈ ਆਪਣੇ ਸੱਭਿਆਚਾਰ ਦੀ। ਇਹ ਸਾਡੇ ਬੱਚਿਆਂ ਨੇ, ਸਾਡੀਆਂ ਜਨਰੇਸ਼ਨਾਂ ਨੇ ਸਾਡੇ ਸੱਭਿਆਚਾਰ ਨੂੰ ਸਮਝਣਾ ਹੈ, ਚਾਹੇ ਉਹ ਪੰਜਾਬ 'ਚ ਹੈ ਚਾਹੇ ਇੱਥੇ ਹੈ। ਫਿਰ ਬੋਲੀ ਨੂੰ ਸਮਝਣਾ ਜ਼ਰੂਰੀ ਹੈ, ਬੋਲੀ ਦਾ ਪੱਲਾ ਫੜਨਾ ਜ਼ਰੂਰੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣਾ ਹੈ ਤਾਂ ਫਿਰ ਵੀ ਪੰਜਾਬੀ ਬੋਲੀ ਨੂੰ ਸਮਝਣਾ ਜ਼ਰੂਰੀ ਹੈ, ਉਹਨੂੰ ਸਿੱਖਣਾ ਜ਼ਰੂਰੀ ਹੈ। ਜੇਕਰ ਦੂਸਰੀਆਂ ਬੋਲੀਆਂ ਨੂੰ ਵਧੀਆ ਢੰਗ ਦੇ ਨਾਲ ਬੋਲਣਾ ਸਿੱਖਣਾ, ਫਿਰ ਵੀ ਆਪਣੀ ਮਾਤ ਭਾਸ਼ਾ ਨੂੰ ਸਿੱਖਣਾ ਜ਼ਰੂਰੀ ਹੈ। ਹੁਣ ਪੁੱਛੋ ਕਿਉਂ? ਮੈਂ ਖੁਦ 15-20 ਡਿਗਰੀਆਂ ਕਰੀ ਫਿਰਦਾ, 5-6 ਗ੍ਰੈਜੂਏਸ਼ਨਾਂ ਕੀਤੀਆਂ, 2-3 ਮਾਸਟਰ ਕੀਤੀਆਂ, ਇੱਕ ਅੱਧੀ ਡਾਕਟਰ ਵੀ ਕੀਤੀ ਹੈ, ਇਸ ਤੋਂ ਬਾਅਦ ਫਿਲਾਸਫੀ ਕੀਤੀ ਹੈ। ਮੇਰੇ ਕੋਲ 15-20 ਡਿਗਰੀਆਂ ਹੈ, ਲੇਕਿਨ ਬੋਲਦਾ ਪੰਜਾਬੀ ਹੈ। ਪੰਜਾਬੀ ਦਾ ਲੜ ਨਹੀਂ ਕਦੇ ਛੱਡਿਆ। ਕਦੇ ਇਹੋ ਜਿਹੀ ਭਾਵਨਾ ਮਨ ਦੇ ਵਿੱਚ ਨਹੀਂ ਆਈ ਕਿ ਅਸੀਂ ਪੰਜਾਬੀ ਲੋਕ ਪਛੜੇ ਹੋਏ ਹਾਂ, ਸਾਡੀ ਜ਼ਬਾਨ ਪਛੜੀ ਹੋਈ ਹੈ। ਬੋਲੀ ਕੋਈ ਵੀ ਪਛੜੀ ਨਹੀਂ ਹੁੰਦੀ, ਪਛੜੀ ਉਹ ਸਾਡੀ ਸੋਚ ਹੁੰਦੀ ਹੈ। ਜੋ ਲੋਚਾ ਸਾਡੇ ਦਿਮਾਗ 'ਚ ਚੱਲਦੀ ਹੈ, ਉਹ ਲੋਚਾ ਸਾਨੂੰ ਜਿਹੜਾ ਆ ਉਹ ਸਾਡੀ ਸੋਚ ਦਾ ਦਾਇਰਾ ਤੰਗ ਜਾਂ ਵੱਡਾ ਕਰ ਦਿੰਦੀ ਹੈ। ਸੋਚ ਹੈ, ਕੋਈ ਇਨਸਾਨ ਦੁਨੀਆ ਦੇ ਉੱਤੇ ਮਾੜਾ ਨਹੀਂ, ਉਹਦੀ ਸੋਚ ਦੇ ਵਿੱਚ ਲੋਚਾ ਹੋ ਸਕਦੀ ਹੈ। ਤੁਹਾਡੇ ਸੋਚਣ ਦੇ ਢੰਗ ਦੇ ਵਿੱਚ ਜਿਹੜਾ ਆ ਉਹ
गलती हो सकती है, सब आपको अपनी जगह ते ठीक है। सो ये इदा समझने की लोड़ है कि जे आप कह दईए ना कि जे धी पोता है उन्होंने गोदी च बिठा लईए, उन्होंने गोदी च बिठा के उन्होंने लाड प्यार देइए, लाड प्यार दे के उन्होंने अपने शब्द देइए। इत्थे दी गल है इंग्लैंड की, बरतानिया की। हुण किवें दईए, क्या साडे कोल टाइम ही है नहीं। 2-2 लाख ਦੀਆਂ ਮੌਰਗੇਜਾਂ ਚੱਕ ਰਹੀਆਂ, ਫਿਰ ਕਾਰਾਂ ਦਾ ਲੋਨ ਚੱਕ ਲਿਆ, ਫਿਰ ਘਰ ਦੇ ਵਿੱਚ ਫਰਨੀਚਰ ਪਾ ਲਿਆ ਤੇ ਫਿਰ ਪੇਂਟਿੰਗ ਸ਼ੇਂਟਿੰਗ ਵਧੀਆ ਕਰ ਲਈ। ਸਿਰ ਦੇ ਉੱਤੇ ਕਰਜ਼ੇ ਦਾ ਭੂਤ ਸਵਾਰ ਹੋ ਗਿਆ। ਹਮੇਸ਼ਾ ਕੰਮ ਦੇ ਉੱਤੇ ਜਾਣ ਦੀ ਪਾਬੰਦੀ ਲੱਗੀ ਆ, ਨਾ ਰਾਤ ਸੌਂਦੇ ਆ ਨਾ ਦਿਨ ਸੌਂਦੇ ਆ, ਨਾ ਹੋਰ ਕਿਸੇ ਰਿਸ਼ਤੇਦਾਰਾਂ ਨੂੰ ਢੰਗ ਨਾਲ ਮਿਲਦੇ ਆ, ਜੇ ਮਿਲਦੇ ਵੀ ਆ ਤਾਂ ਦੌੜ ਭੱਜ ਕੇ ਮਿਲਦੇ ਆ। ਤੇ ਬੱਚਿਆਂ ਨੂੰ ਕਦੋਂ ਟਾਈਮ ਦੇਵਾਂਗੇ? ਸਭ ਤੋਂ ਵੱਡੀ ਪੂੰਜੀ ਜਿਹੜੀ ਹੈ ਔਲਾਦ ਹੁੰਦੀ ਹੈ। ਉਹਨੂੰ ਜੇ ਬੋਲੀ ਦੇ ਦਈਏ, ਮੈਂ 3 ਮਾਵਾਂ ਦਾ ਜ਼ਿਕਰ ਕੀਤਾ ਸੀ, ਇੱਕ ਦਾ ਕਰਕੇ ਬਾਕੀ 2 ਛੱਡ ਗਿਆ। ਮੇਰਾ ਖਿਆਲ ਤੁਸੀਂ ਵੀ ਦਾਲੇ ਨਾਲ ਮੇਰੀ ਤੁਰੀ ਜਾਂਦੇ ਆ, ਮੈਂ ਕਿਉਂਕਿ ਮੇਰੇ ਕੋਲ ਕਹਿਣ ਨੂੰ ਬਹੁਤ ਕੁਛ ਹੈ, ਟਾਈਮ ਮੇਰੇ ਪਾਬੰਦੀ ਹੈ। ਦੂਸਰੀ ਮਾਂ ਜਿਹੜੀ ਉਹ ਜਗ ਜੰਮੀ ਹੁੰਦੀ ਹੈ, ਜਿਸ ਨੇ ਇਸ ਸੰਸਾਰ ਦੇ ਵਿੱਚ ਤੁਹਾਨੂੰ ਆਪਾਂ ਨੂੰ ਇਸ ਸੰਸਾਰ ਦਿਖਾਇਆ। 9 ਮਹੀਨੇ ਦੀ ਪੀੜਾ, ਔਰ ਇਸ ਤੋਂ ਇਲਾਵਾ ਉਂਗਲੀ ਫੜ ਕੇ ਚੱਲਣਾ ਸਿਖਾਇਆ, ਮੂੰਹ ਦੇ ਵਿੱਚ ਬੋਲ ਪਾਏ, ਗਿੱਲੇ ਥਾਂ ਆਪ ਸੁੱਕੀ, ਸੁੱਕੇ ਥਾਂ ਤੁਹਾਨੂੰ ਸੋਇਆ। ਬਈ ਉਹਦਾ ਦੇਣਾ ਦੇ ਸਕਦੇ ਹਾਂ, ਉਹਦਾ ਕਰਜ਼ ਦੇ ਸਕਦੇ ਹਾਂ? ਨਹੀਂ ਦੇ ਸਕਦੇ, ਆਪਾਂ ਨਹੀਂ ਦੇ ਸਕਦੇ, 7 ਜਨਮ ਨਹੀਂ ਦੇ ਸਕਦੇ। ਫਿਰ ਉਸ ਤੀਸਰੀ ਮਾਂ ਦਾ ਕੀ ਕਰੀਏ ਅਸੀਂ, ਜਿਹੜੀ ਬੋਲੀ ਆ ਮਾਤ ਭਾਸ਼ਾ। ਅਸੀਂ ਉਹਦੇ ਬਾਰੇ ਕਿਉਂ ਨਹੀਂ ਸੋਚਦੇ? ਸਾਡੇ ਦਿਮਾਗ ਦੇ ਵਿੱਚ ਪਦਾਰਥ ਕਿਉਂ ਭਰ ਗਿਆ, ਚੀਜ਼ਾਂ ਦਾ ਮੋਹ ਕਿਉਂ ਭਰ ਗਿਆ ਕਿ ਸਾਡੇ ਗੁਆਂਢੀ ਨੇ ਕੋਈ ਵਧੀਆ ਕਾਰ ਲਈ ਹੈ ਤਾਂ ਸਾਡੇ ਦਿਲ ਦੇ ਵਿੱਚ ਇਹ ਕਿਉਂ ਪੈਦਾ ਹੁੰਦੀ ਹੈ ਦਿਮਾਗ ਦੇ ਕਿ ਲੋਚਾ ਇਹਦੇ ਨਾਲੋਂ ਵਧੀਆ ਲੈ ਕੇ ਇੱਥੇ ਖੜੀ ਕਰਨੀ ਹੈ। ਉਹ ਲੋਚਾ ਪੈਦਾ ਹੁੰਦੀ ਹੈ। ਉਹ ਜਿਹੜੀ ਚੀਜ਼ ਹੈ ਨਾ, ਉਹ ਸਾਰੀਆਂ ਇਹ ਬੋਲੀ ਵੀ ਹੈ। ਬੋਲੀ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਮੋਰਲ ਵੈਲਿਊਜ਼ ਮਟੀਰੀਅਲ ਦੇ ਗਲਬੇ ਦੇ ਥੱਲੇ ਦੱਬ ਕੇ ਰਹਿ ਜਾਂਦੀਆਂ। ਜਿੱਥੇ ਮਟੀਰੀਅਲਿਸਟਿਕ ਸੋਚ ਦਿਮਾਗ ਦੇ ਉੱਤੇ ਹਾਵੀ ਹੋਊਗੀ ਨਾ, ਉੱਥੇ ਬੜਾ ਛੋਟਾ ਕੁਝ ਵੀ ਨਹੀਂ ਹੈ। ਉੱਥੇ ਜੇਬ ਪਹਿਲਾਂ ਹੋਊਗੀ ਕਿ ਜੇਬ ਦੇ ਵਿੱਚ ਰਿਸ਼ਤੇ ਵੀ ਜੇਬ ਨਾਲ ਜੁੜਨਗੇ। ਰਿਸ਼ਤਿਆਂ ਦਾ ਵੀ ਜਿਹੜਾ ਆ ਉਹ ਬੰਟ ਉਹ ਪੈਸੇ ਦੇ ਹਿਸਾਬ ਨਾਲ ਜੁੜਦੀ ਹੈ। ਜੇ ਕਿਸੇ ਲੜਕੀ ਜਾਂ ਲੜਕੇ ਦਾ ਰਿਸ਼ਤਾ ਹੁੰਦਾ, ਇਹ ਦੇਖਿਆ ਜਾਂਦਾ ਵੀ ਇਹ ਹੈ ਕੀ ਹੈ, ਕਰਦਾ ਕੀ ਹੈ, ਇਹਦੀ ਇਨਕਮ ਕੀ ਹੈ। ਕਿਉਂ ਬਈ? ਨੈਤਿਕ ਕਦਰਾਂ ਕੀਮਤਾਂ ਕਿੱਥੇ ਗਈਆਂ? ਫਿਰ ਜਦੋਂ ਉਹ ਕੀਮਤਾਂ ਗਈਆਂ ਤਾਂ ਬੋਲੀ ਵੀ ਗਈ ਨਾਲੇ। ਮੈਂ ਤੁਹਾਨੂੰ ਦੱਸਾਂ, ਫਿਰ ਬਾਬੇ ਨਾਨਕ ਦੀ ਬਾਣੀ ਸਿੰਬਲ ਰੁਖ ਸਰਾਇ ਰਾਤ ਦੀਰਗਤ ਮੋਚ ਹੋਏ ਜਿਆ ਵਿਆਸ ਤੱਕ ਜਾਂ ਇੰਦਰਾ ਸੇ ਕੇ ਫੁੱਲ ਫਿੱਕੇ ਫਲ ਵਕ ਵਕੇ ਕੰਮ ਨਾ ਆਵੇ ਪਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਫਿਰ ਕੌਣ ਪੜੂਗਾ। ਇਹਨਾਂ ਗੱਲਾਂ ਦੇ ਉੱਤੇ ਚਿੰਤਨ ਕਰਨ ਦੀ ਲੋੜ ਹੈ। ਵਿਸ਼ਾ ਬਹੁਤ ਵੱਡਾ ਹੈ, ਕਹਿਣ ਨੂੰ ਬਹੁਤ ਕੁਛ ਹੈ, ਪਰ ਟਾਈਮ ਦੀ ਪਾਬੰਦੀ ਜਿਹੜੀ ਹੈ ਉਹ ਵੀ ਨਾਲੋਂ ਨਾਲ ਚੱਲਦੀ ਹੈ। ਕਿ ਮੈਂ ਚਾਹੁੰਦਾ ਕਿ ਬਲੈਕ ਬੋਰਡ ਮੇਰੇ ਕੋਲ ਹੋਵੇ ਤਾਂ ਮੈਂ 2 ਗੱਲਾਂ ਤੁਹਾਨੂੰ ਦੱਸ ਜਮਾਂ। ਕਿਤੇ ਇੱਥੇ ਇੱਥੇ ਇੱਥੋਂ ਮੈਨੂੰ ਪਤਾ ਨਹੀਂ ਲੱਗਣਾ ਪਿਆ। ਆ ਦਿਓ ਮੈਨੂੰ ਕੀ ਹੈ। ਮੈਂ ਲਿਖਦੀ ਹਾਂ, ਤੁਸੀਂ ਬੋਲ ਦਿਓ। ਤੁਸੀਂ ਲਿਖੋ। ਸਾਰੇ ਗਾਮਾ ਪਾ ਪੰਜਾਬੀ ਦਾ। ਇਹ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਗੱਲ ਸਿਰਫ ਸਮਝਾਉਣੀ ਤੁਹਾਨੂੰ ਇਹ ਹੈ ਕਿ ਬੋਲੀ ਨੂੰ ਵਿਗਿਆਨਕ ਤੌਰ ਤੇ ਕਿਵੇਂ ਪੜ੍ਹਾਇਆ ਜਾਂਦਾ ਹੈ। ਜੇ ਸਾਡੇ ਇੱਥੇ ਬੱਚੇ ਆ ਨਾ, ਉਸ ਤੋਂ ਪਹਿਲਾਂ ਸੁਰਿੰਦਰ ਜੀ ਮੇਰੀ ਕੋਲ ਦਿਮਾਗ 'ਚ ਗੱਲ ਆ ਗਈ। ਹਾਂਜੀ, ਮੈਂ ਸੁਣ ਰਹੀ ਹਾਂ। ਵਿਆਹ ਤੇ ਮੈਰਿਜ 2 ਸ਼ਬਦ ਹੈ ਨਾ, ਕਦੇ ਇਹਨਾਂ ਦਾ ਅਰਥ ਪਤਾ ਕੀਤਾ ਆਪਾਂ ਕੀ ਹੁੰਦਾ? ਗੁਰਬਾਣੀ ਦੇ ਵਿੱਚ ਜਦੋਂ ਇੱਥੇ ਆਨੰਦ ਕਾਰਜ ਹੁੰਦੇ ਆ, ਉਹਨਾਂ ਨੂੰ ਆਨੰਦ ਕਾਰਜ ਕਹਿ ਦਿੰਦੇ ਆ ਆਪਾਂ। ਕਦੇ ਇਹਨਾਂ ਦੇ ਮਤਲਬ ਪਤਾ ਕੀਤੇ ਆ? ਮੈਰੀ ਏਜ 2 ਸ਼ਬਦਾਂ ਦਾ ਕੰਪਾਊਂਡ ਹੈ। ਖੁਸ਼ੀਆਂ ਦੀ ਉਮਰ, ਆਨੰਦ ਦੀ ਉਮਰ। ਲੇਕਿਨ ਵਿਆਹ ਪੰਜਾਬੀ ਦਾ ਜਿਹੜਾ ਹੈ ਉਹਦਾ ਮਤਲਬ ਕੀ ਹੁੰਦਾ? ਵਿਵਾਹ। ਉਹਦਾ ਮਤਲਬ ਹੈ
ਖਾਸ ਬੰਧਨ, ਵਿਸ਼ੇਸ਼ ਬੰਧਨ, ਵਿਸ਼ੇਸ਼ ਬਾਹ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਵਿਸ਼ੇਸ਼ ਰਾਬਤਾ, ਬਨੇ ਸਪੈਸ਼ਲ ਕਨੈਕਸ਼ਨ ਜਿਹਨੂੰ ਕਹਿੰਦੇ ਆਪਾਂ, ਸੋਲ ਕਨੈਕਸ਼ਨ ਵੀ ਕਹਿ ਸਕਦੇ ਹਾਂ। ਸਾਡੇ ਸੱਭਿਆਚਾਰ ਦੇ ਵਿੱਚ ਵਿਆਹ ਨੂੰ ਵਰਤਿਆ ਜਾਂਦਾ ਹੈ, ਅੰਗਰੇਜ਼ ਮੈਰਿਜ ਵਰਤਦੇ ਆ, ਲੇਕਿਨ ਦੋਨੇ ਹੀ ਇਹ ਜਿਹੜੇ ਆ ਸਮਾਨ ਅੰਤਰ ਹੈ। ਸਾਡੇ ਜਿਹੜੇ ਬੱਚੇ ਬੈਠੇ ਆ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੈਂ, ਜਿਹੜੇ ਪੰਜਾਬੀ ਜਾਣਦੇ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਦੋਨੇ ਸਮਾਨਾਰਥੀ ਹੈ? ਬਿਲਕੁਲ ਵੀ ਨਹੀਂ। ਜੋ ਪੰਜਾਬੀ ਸੱਭਿਆਚਾਰ ਦੇ ਵਿੱਚ ਵਿਗਾਹ ਹੈ ਉਹਦੇ ਨਾਲ ਬਹੁਤ ਸਾਰੀਆਂ ਰਸਮਾਂ ਜੁੜੀਆਂ ਹੋਈਆਂ, ਠਾਕਾ, ਰੋਕਾ, ਮੰਗਣਾ, ਕੰਗਣਾ, ਮੁਕਲਾਵਾ, ਹੋਰ ਪਤਾ ਨਹੀਂ ਕੀ। ਜਿਹੜਾ ਕੋਰਿਆਂ ਦਾ ਮੈਰਿਜ ਹੈ ਉਹਦੇ ਨਾਲ ਇੱਕ ਫੇਰੀ ਟੇਲ ਹੈ ਤੇ ਇੱਕ ਰਹਿੰਗਾ ਸਾਰਾ ਮਨੀ, ਬਾਕੀ ਖਾਣਾ ਪਾਣੀ ਸਾਰੇ ਘਰੋਂ ਲੈ ਕੇ ਆਉਂਦੇ ਆ। ਆਪਣੇ ਤਾਂ ਖਾਣਾ ਪਾਣੀ ਵੀ ਜਿਹੜਾ ਹੈ ਉਹ 40-50 ਹਜ਼ਾਰ ਦਾ ਖਰਚਾ ਕਰ ਦਿੰਦੇ ਆ। ਉਹਦੇ ਵਿੱਚ ਕੇਕ ਕਿੱਥੋਂ ਆ ਫਸਿਆ ਬਈ? ਇਹ ਸੋਚਣਾ ਹੈ ਕਿ ਉਹਦੇ ਵਿੱਚ ਕੇਕ ਕਿੱਥੋਂ ਆ ਫਸਿਆ। ਫਿਰ ਉਹ ਕਿੰਨ ਫਸਾਇਆ? ਵਿਆਹ ਹੁੰਦੇ ਆ ਨਾ, ਆਪਾਂ ਇੱਥੇ ਕਰਦੇ ਆ, ਕੇਕ ਜਿਹੜਾ ਆ ਉਹ ਕੇਕ ਕੱਟਿਆ ਜਾਂਦਾ ਲੜਕੇ ਤੇ ਲੜਕੀ ਵੱਲੋਂ, ਜਿਹੜਾ ਰਿਸੈਪਸ਼ਨ ਦੇ ਹਾਲ ਦੇ ਵਿੱਚ ਕੱਟਿਆ ਜਾਂਦਾ, ਉਹ ਕਿੱਥੋਂ ਆ ਗਿਆ? ਇਹ ਕਲਚਰ ਜਿਹੜਾ ਕਿੱਧਰ ਨੂੰ ਤੁਰ ਪਿਆ ਹੈ। ਜਿਹੜੀ ਹੈ ਪੜ੍ਹਾਈ ਹੈ ਉਹਦੇ ਬਾਰੇ ਕੁਝ ਨੁਕਤੇ ਦੇਵਾਂਗਾ, ਸਾਰੇ ਤਾਂ ਨਹੀਂ ਦੇ ਸਕਦਾ ਮੈਂ, ਕਿਉਂਕਿ ਮੇਰੀ ਸਪੈਸ਼ਲਾਈਜੇਸ਼ਨ ਜਿਹੜੀ ਹੈ ਉਹ ਭਾਸ਼ਾ ਵਿਗਿਆਨ ਦੇ ਵਿੱਚ ਹੈ, ਜਿਹਨੂੰ ਆਪਾਂ ਲਿੰਗੁਇਸਟਿਕਸ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਔਰ ਭਾਸ਼ਾ ਵਿਗਿਆਨ ਉਹ ਵਿਸ਼ਾ ਹੈ 21ਵੀਂ ਸਦੀ ਦਾ, 20ਵੀਂ ਸਦੀ ਦਾ, ਜਿਹੜਾ ਵਿਆਕਰਣ ਦੀ ਪੜ੍ਹਾਈ ਜਿਹੜੀ ਆ ਉਹ ਵਿਗਿਆਨਿਕ ਢੰਗ ਦੇ ਨਾਲ ਕਰਨੀ ਸਿਖਾਉਂਦਾ। ਊੜਾ ਊਠ ਕਹਿਣ ਦੇ ਨਾਲ ਊਠ ਦੇ ਬਾਰੇ 'ਚ ਪਤਾ ਲੱਗਦਾ, ਊੜੇ ਦੇ ਬਾਰੇ 'ਚ ਨਹੀਂ ਪਤਾ ਲੱਗਦਾ। ਐੜਾ ਅਨਾਰ ਕਹਿਣ ਦੇ ਨਾਲ ਅਨਾਰ ਦਾ ਪਤਾ ਲੱਗ ਜਾਂਦਾ ਕੋਈ ਖਾਣ ਵਾਲੀ ਚੀਜ਼ ਹੈ ਬੱਚੇ ਨੂੰ। ਜਿਹੜਾ ਅਨਾਰ ਜੋ ਸ਼ਬਦ ਹੈ ਉਹਦੀ ਉਤਪਤੀ ਕਿੱਦਾਂ ਹੋਈ ਉਹ ਨਹੀਂ ਪਤਾ ਲੱਗਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਭਾਸ਼ਾ ਬੋਲੀ ਪੜ੍ਹਾਉਣ ਦੀ ਬਜਾਏ ਸਾਹਿਤ ਦੀ ਸਿੱਖਿਆ ਦੇ ਰਹੇ ਹਾਂ। ਮੇਰੇ ਤੋਂ ਪਹਿਲਾਂ ਬੁਲਾਰੇ ਨੇ ਕਿਸੇ ਨੇ ਗੱਲ ਕੀਤੀ ਸੀ, ਮੇਰਾ ਖਿਆਲ ਸ਼ਾਇਦ ਬਲਦੇਵ ਜੀ ਨੇ ਗੱਲ ਕੀਤੀ ਸੀ, ਕਵਿਤਾ, ਕਹਾਣੀ, ਨਾਵਲ ਲਿਖ ਲੈਂਦੇ ਆ, ਉਹ ਜਿਹਦੇ ਕੋਲ ਸਕਿੱਲ ਹੈ ਉਹ ਲਿਖ ਲਓ। ਪਰ ਜਿਹੜਾ ਬੋਲਣਾ ਆ, ਦੂਸਰੇ ਨੂੰ ਬੋਲਣਾ ਸਿਖਾਉਣਾ ਆ, ਇਹ ਵੀ ਸਕਿੱਲ ਹੈ। ਜੇ ਇਹ ਸਕਿੱਲ ਢੰਗ ਦੇ ਨਾਲ ਸਿਖਾਈ ਜਾਊਗੀ ਤਾਂ ਸਿੱਖੀ ਜਾਊਗੀ। ਸੁਰਿੰਦਰ ਜੀ ਲਿਖੋ, ਭੱਬੇ ਨੂੰ ਕਰਨਾ ਜਮਾ, ਪੱਕੇ ਨੂੰ ਕਹਿੰਦੇ ਜੀ, ਜਮਾ ਦਾ ਨਿਸ਼ਾਨ ਪਾਓ ਨਾ ਹਾਂ ਜੀ। ਇਹਦਾ ਮਤਲਬ ਕੀ ਬਣਿਆ ਸੰਗਤ ਜੀ ਦੱਸੋ? ਤੁਸੀਂ ਦੱਸ ਰਹੇ? ਇਹਦਾ ਮਤਲਬ ਭਰਾ ਬਣਦਾ। ਹਾਂਜੀ, ਇਹਦਾ ਮਤਲਬ ਭਰਾ ਬਣਦਾ। ਅੱਗੇ ਲਿਖੋ ਇਹੀ, ਭੱਬੇ ਨੂੰ ਕੰਨਾ ਜੀਜੇ ਨੂੰ ਬਿਹਾਰੀ, ਉਹ ਕੀ ਬਣ ਗਿਆ? ਭਾਜੀ ਸਬਜੀ। ਭਾਜੀ ਇਹਨੂੰ ਕਹਿੰਦੇ ਆਪਾਂ ਜੰਕਚਰ, ਸੰਗਮ, ਸ਼ਬਦ ਸਮੇਲ। ਸ਼ਬਦ ਨੂੰ ਉਚਾਰਨ ਦੇ ਵਾਸਤੇ ਉਹਨੂੰ ਪੌਜ ਕਿੰਨਾ ਚਾਹੀਦਾ ਹੈ। ਇੱਕ ਸੈਂਟੈਂਸ ਬੋਲਦਾ ਮੈਂ, ਤੁਸੀਂ ਸਾਰੇ ਸੋਚਿਆ ਜੀ, ਕਿਉਂਕਿ ਆਪਾਂ ਜੇ ਅੱਜ ਇਕੱਠੇ ਹੋਏ ਆ ਤਾਂ ਵਿਚਾਰਾਂ ਵਧੀਆ ਢੰਗ ਨਾਲ ਕਰਨੀਆਂ ਚਾਹੀਦੀਆਂ। ਰਾਮ ਨੇ ਦੌੜੇ ਜਾਂਦੇ ਸੱਪ ਨੂੰ ਮਾਰਿਆ, ਇਹਦਾ ਮਤਲਬ ਕੀ ਬਣਦਾ ਹੈ? ਸਵਾਲ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਜੇ ਨਹੀਂ ਸਮਝ ਲੱਗੀ। ਇਹਦੇ ਬਾਅਦ ਦੌੜਦਾ ਕੌਣ ਹੈ ਬਈ? ਸਿੱਧੀ ਜਿਹੀ ਗੱਲ ਹੈ। ਮੈਂ ਕਹਿੰਦਾ ਰਾਮ ਦੌੜਦਾ ਜਾਂ ਉਹ ਦੌੜੇ, ਦੋਨੇ ਦੌੜੇ ਜਾਂਦੇ ਆ। ਸੈਂਟੈਂਸ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਕਲੈਰੀਫਾਈ ਨਹੀਂ ਕਰਦਾ। ਕਿਉਂ ਕਰੂਗਾ ਉਹ? ਜਦੋਂ ਅਸੀਂ ਜੰਕਚਰ ਲਾਵਾਂਗੇ, ਪੌਜ਼ ਲਾਵਾਂਗੇ, ਸਹੀ ਜਗ੍ਹਾ ਤੇ ਉਹਦੇ ਕੌਮਾ ਲਾਵਾਂਗੇ, ਜਿਹਨੂੰ ਕੌਮਾ ਆਪਾਂ ਨਿਸ਼ਾਨੀ ਰੱਖੀ ਹੋਈ ਹੈ ਵਿਆਕਰਣ ਦੇ ਵਿੱਚ। ਬੋਲਣ ਦੇ ਵਿੱਚ ਕਿੱਥੇ ਸਟਾਪ ਕਰਨਾ, ਕਿੱਥੇ ਥੋੜਾ ਸਟਾਪ ਕਰਨਾ, ਕਿੱਥੇ ਪੌਜ਼ ਕਰਨਾ। ਰਾਮ ਨੇ ਸੱਪ ਨੂੰ ਮਾਰਿਆ, ਦੌੜੇ ਜਾਂਦੇ ਸੱਪ ਨੂੰ ਮਾਰਿਆ। ਦੌੜੇ ਜਾਂਦੇ ਕਿਰਿਆ ਵਿਸ਼ੇਸ਼ਣ ਹੈ ਇਹਦੇ ਵਿੱਚ, ਉਹ ਵਰਬ ਹੈ। ਸੱਪ ਦੌੜਾ ਜਾਂਦਾ, ਦੌੜਨਾ ਕਿਰਿਆ ਵਰਬ ਹੈ। ਜੇ ਹੁਣ ਆਪਾਂ ਇਹਨੂੰ ਕਲੈਰੀਫਾਈ ਕਰੀਏ ਤਾਂ ਇਹਦੇ ਤਿੰਨ ਮਤਲਬ ਨਿਕਲਦੇ ਆ। ਜਿਹੜਾ ਸਮਝਣ ਵਾਲਾ ਆ
ਜੇ ਤਾਂ ਉਹਨੇ ਘਟਨਾ ਦੇਖੀ ਹੈ ਫਿਰ ਤਾਂ ਸਮਝੋ ਵੀ ਸੱਪ ਦੌੜਾ ਜਾਂਦਾ ਸੀ ਜਾਂ ਰਾਮ ਉਹਦੇ ਮਗਰ ਦੌੜਾ ਜਾਂਦਾ ਸੀ। ਜਿਹੜਾ ਕੋਈ ਦੂਸਰਾ ਆ ਉਹ ਪੁੱਛੂਗਾ ਅੱਛਾ ਸੱਪ ਦੌੜਾ ਜਾਂਦਾ ਸੀ ਜਾਂ ਤੁਸੀਂ ਦੋਨੇ ਚੜੇ ਜਾਂਦੇ ਸੀ ਜਾਂ ਤੂੰ ਹੀ ਦੌੜ ਕੇ ਸੱਪ ਨੂੰ ਮਾਰਿਆ, ਸੱਪ ਅੱਗੇ ਨਿਕਲ ਗਿਆ ਸੀ। ਅਰਥਾਂ ਦਾ ਸਪਸ਼ਟੀਕਰਨ ਕਿੱਥੇ ਗਿਆ? ਰੁੜ ਗਿਆ ਨਾ ਅਰਥ। ਅਸਲ ਹੁੰਦਾ ਹੈ ਰਾਮ ਨੇ ਦੌੜੇ ਜਾਂਦੇ ਦੇ ਮੋਹਰੇ ਇੱਕ ਪੌਜ ਲੱਗੂਗਾ, ਸੱਪ ਨੂੰ ਮਾਰਿਆ। ਰਾਮ ਨੇ ਸੱਪ ਨੂੰ ਮਾਰਿਆ ਲੇਕਿਨ ਰਾਮ ਦੌੜਾ ਜਾਂਦਾ ਸੀ। ਇਹ ਸਮਝਣ ਵਾਲੀ ਗੱਲ ਹੈ। ਇਸੇ ਤਰ੍ਹਾਂ ਇੱਕ ਛੋਟਾ ਜਿਹਾ ਮੈਂ ਦੱਸਦਾ, ਇਹ ਤੁਹਾਡੇ ਮੇਰੇ ਖਿਆਲ ਦੇ ਵਿੱਚ ਵੱਡੀਆਂ ਗੱਲਾਂ ਆ। ਸਾਡੀ ਕਾਲੀ ਕਾਰ ਵਾਲੀ ਪ੍ਰੋਫੈਸਰ ਆਈ, ਇਹਦੇ ਵਿੱਚ ਪ੍ਰੋਫੈਸਰ ਦਾ ਰੰਗ ਕਾਲਾ ਸੀ ਜਾਂ ਕਰਦਾ ਸੀ, ਇਹ ਤੁਸੀਂ ਦੱਸੋ ਹੁਣ ਸਮਝੋ। The flying planes can be dangerous। ਇਹਦੇ ਵਿੱਚ ਦੱਸੋ ਹੁਣ ਕੀ ਹੈ? ਸੇਮ ਚੀਜ਼ ਇੰਗਲਿਸ਼ ਦੇ ਵਿੱਚ ਵੀ ਹੈ ਕਿ ਜਹਾਜ਼ ਉਡਾਉਣੇ ਖਤਰਨਾਕ ਹੈ ਜਾਂ ਉੱਡਦੇ ਹੋਏ ਜਹਾਜ਼ ਜਿਹੜੇ ਆ ਉਹ ਖਤਰਨਾਕ ਹੋ ਸਕਦੇ ਆ। ਦੋ ਮੀਨਿੰਗ ਹੈ ਇਹਦੇ। ਜਾਓ ਨਾ ਬੈਠੋ, ਸਿੰਪਲ ਜਿਹਾ ਇੱਕ ਸੈਂਟੈਂਸ ਹੈ ਛੋਟਾ ਜਿਹਾ, ਜਾਓ ਨਾ ਬੈਠੋ। ਜੇ ਜਾਓ ਦੇ ਮੂਹਰੇ ਤੁਸੀਂ ਕੌਮਾ ਲਾ ਦਿੰਦੇ ਆ ਤਾਂ ਉਹਦਾ ਮਤਲਬ ਇਹ ਇੱਥੇ ਬੈਠਣ ਦੀ ਲੋੜ ਨਹੀਂ, ਚਲੇ ਜਾਓ। ਜੇ ਨਾ ਦੇ ਮੂਹਰੇ ਕੌਮਾ ਲਾ ਦਿੰਦੇ ਹੋ ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਬੈਠੇ ਰਹੋ, ਤੁਸੀਂ ਜਾਗੋ। ਇਹ ਗ੍ਰਾਮੈਟਿਕਲ ਹੈ ਕਿ ਕਿੱਥੇ ਅਸੀਂ ਬੋਲਣ ਦਾ ਪੌਜ਼ ਦੇਣਾ ਹੈ। ਇਹ ਚੀਜ਼ਾਂ ਸਮਝਾਉਣੀਆਂ ਬਣਦੀਆਂ ਬੱਚਿਆਂ ਨੂੰ। ਪੱਪਾ ਫੱਫਾ ਬੱਬਾ ਪੱਬਾ ਮੰਮਾ ਬੱਚਿਆਂ ਨੇ ਬੋਲਿਆ ਵੀ ਇੱਕੋ ਰਿਦਮ ਦੇ ਵਿੱਚ ਹੈ। ਕਿਉਂ ਲੱਗਦੇ ਆ ਇੱਕ ਰਿਦਮ ਦੇ ਵਿੱਚ? ਮੈਂ ਕਹਿੰਦਾ ਨਹੀਂ, ਇਹ ਇਸ ਤਰ੍ਹਾਂ ਨਹੀਂ ਹੈ। 35 ਅੱਖਰੀ ਤੇ 35 ਅੱਖਰ, 35 ਆਵਾਜ਼ਾਂ ਜਿਨ੍ਹਾਂ ਨੂੰ ਅਸੀਂ ਫੋਨੀਮਸ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਆਵਾਜ਼ਾਂ ਨੇ ਸਾਰੇ ਗਾਮਾ ਪਾ ਦੀਆਂ। ਹੁਣ ਪੱਪਾ ਫੱਫਾ ਬੱਬਾ ਪੱਬਾ ਮੰਮਾ ਕਿਉਂ ਲੱਗਦੇ ਆ? ਕਿਉਂਕਿ ਉਹਨਾਂ ਦਾ ਜਿਹੜਾ ਉਚਾਰਨ ਪੈਟਰਨ ਹੈ ਉਹ ਸੇਮ ਹੈ। ਬੁੱਲ ਬੰਦ ਹੋਣਗੇ ਤਾਂ ਪੱਪਾ ਬਣਨਾ, ਜੇ ਬੰਦ ਹੋਣਗੇ ਤਾਂ ਪੱਪਾ ਪੱਬਾ ਮੰਮਾ ਬਣਨਾ। ਬੁੱਲ ਬੰਦ ਹੁੰਦੇ ਆ, ਅੰਦਰੋਂ ਆਵਾਜ਼ ਆਉਂਦੀ ਹੈ, ਉਹ ਰੋਕੀ ਜਾਂਦੀ ਹੈ, ਫਿਰ ਫਟਕੇ ਦੇ ਨਾਲ ਬਾਹਰ ਨਿਕਲਦੀ ਹੈ ਤੇ ਇਹ ਬਾਤ ਪੈਦਾ ਹੋ ਜਾਂਦੀ ਹੈ। ਕੱਕਾ ਖੱਖਾ ਗੱਗਾ ਘੱਗਾ, ਤੁਸੀਂ ਦੇਖੋ ਤੁਹਾਡੀ ਜੀਭ ਤਾਲੂ ਦੇ ਨਾਲ ਲੱਗਦੀ ਹੈ ਕਿ ਨਹੀਂ ਲੱਗਦੀ? ਚਿੱਚਾ ਚਿੱਚਾ ਜਿੱਜਾ, ਤੁਹਾਡੀ ਜੀਭ ਜਿਹੜੀ ਉਹ ਦੰਦਾਂ ਦੇ ਪਿਛਲੇ ਪਾਸੇ ਲੱਗਦੀ ਕਿ ਨਹੀਂ ਲੱਗਦੀ? ਜੀਭ ਦੀ ਜਿਹੜੀ ਹੈ ਉਹ ਪੋਜੀਸ਼ਨ ਵੱਖੋ ਵੱਖਰੀ ਹੋਊਗੀ, ਬੁੱਲਾਂ ਦੀ ਪੋਜੀਸ਼ਨ ਵੱਖੋ ਵੱਖਰੀ ਹੋਊਗੀ। ਇਹ ਚੀਜ਼ਾਂ ਸਮਝਾਉਣੀਆਂ ਪੈਣਗੀਆਂ ਜਿਹੜੇ ਸੈਕੰਡ ਲੈਂਗੁਏਜ ਇੱਥੇ ਪੰਜਾਬੀ ਪੜ੍ਹਦੇ ਨੇ। ਇੰਟੋਨੇਸ਼ਨ ਹੈ, ਸੁਰ ਲਹਿਰ ਨੂੰ ਆਪਾਂ ਪੰਜਾਬੀ ਚ ਕਹਿੰਦੇ। ਮੈਂ ਗੱਲ ਖਤਮ ਕਰ ਦੇਣਾ, ਮੇਰੇ ਕੋਲ ਟਾਈਮ ਮੇਰਾ ਜ਼ਿਆਦਾ ਹੋ ਗਿਆ ਨਾ ਸੁਰਿੰਦਰ ਜੀ। ਮੈਂ ਟਾਈਮ ਕਰ ਦੇਣਾ ਕਿਉਂਕਿ ਮੇਰੇ ਕੋਲ ਗੱਲ ਬਹੁਤ ਹੈ ਲੰਬੀ, ਮੈਂ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਣਾ। ਮੈਂ ਇਸੇ ਕਰਕੇ ਪਹਿਲਾਂ ਬੇਨਤੀ ਕੀਤੀ ਸੀ ਕਿ ਜਦੋਂ ਮੇਰਾ ਟਾਈਮ ਸਮਾਪਤ ਹੋ ਜਾਏ ਮੈਨੂੰ ਦੱਸ ਦਿਓ। ਇੰਟੋਨੇਸ਼ਨ ਹੈ, ਤੁਸੀਂ ਬੱਚੇ ਨੂੰ ਗੋਦੀ ਬਿਠਾ ਲੈਂਦੇ ਆ, ਉਹ ਤੁਹਾਡੇ ਨਾਲ ਸ਼ਰਾਰਤਾਂ ਕਰਦਾ, ਲੇਕਿਨ ਤੁਹਾਨੂੰ ਉਹ ਸ਼ਰਾਰਤਾਂ ਕਰਦਾ ਚੰਗਾ ਲੱਗਦਾ, ਲਾਡ ਆਉਂਦਾ ਹੈ ਨਾ, ਤੁਸੀਂ ਕਹਿੰਦੇ ਤੂੰ ਬੈਠਾ ਕਿ ਨਹੀਂ, ਚੁੱਪ ਕਰਕੇ ਮੈਂ ਤੇਰੀ ਚਪੇੜ ਮਾਰਨੀ। ਬੱਚਾ ਸਮਝਦਾ ਕਿ ਇਹਨੇ ਮੇਰੇ ਮਾਰਨੇ ਨਹੀਂ ਹੈ। ਫਿਰ ਤੁਸੀਂ ਉਸੇ ਨੂੰ ਥੋੜਾ ਜਿਹਾ ਆਪਣਾ ਐਕਸੈਂਟ ਬਦਲ ਕੇ ਕਹਿ, ਤੂੰ ਕਹਿੰਦਾ ਕਿ ਨਹੀਂ ਮੈਂ ਥੱਪੜ ਮਾਰਨਾ ਤੇਰੇ ਮੂੰਹ ਦੇ ਉੱਤੇ, ਫਿਰ ਉਹ ਸਮਝ ਜਾਊਗਾ ਕਿ ਮੈਨੂੰ ਝਿੜਕਿਆ ਗਿਆ। ਇਹਨੂੰ ਆਪਾਂ ਇੰਟੋਨੇਸ਼ਨ ਕਹਿੰਦੇ ਹਾਂ ਕਿ ਇੱਕੋ ਹੀ ਸੈਂਟੈਂਸ ਦੇ ਲਫ਼ਜ਼ ਜਿਹੜੇ ਆ ਉਹਦੇ ਅਰਥ ਜਿਹੜੇ ਆ ਉਹ ਬਦਲ ਜਾਂਦੇ ਆ ਜਦੋਂ ਦੂਸਰੇ ਤੱਕ ਪਹੁੰਚਦੇ ਆ। ਇਹ ਜ਼ਰੂਰੀ ਨਹੀਂ ਜੋ ਮੈਂ ਬੋਲਿਆ ਤੁਹਾਡੇ ਤੱਕ ਸੇਮ ਪਹੁੰਚੇ, ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਉਸ ਕਨਸੈਪਟ ਦੇ ਅਰਥ ਵੱਖੋ ਵੱਖਰੇ ਹੋਣਗੇ। ਇਹਨੂੰ ਸਿਮੈਟਿਕਸ ਕਹਿੰਦੇ ਆ, ਅਰਥ ਵਿਗਿਆਨ ਜਿਹਨੂੰ ਕਹਿੰਦੇ ਆ। ਸੋ ਵਿਸ਼ਾ ਬੜਾ ਲੰਬਾ, ਮੈਂ ਮਾਫੀ ਚਾਹੂੰਗਾ। ਕਿਤੇ ਮੌਕਾ ਬਣਿਆ ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਹੋਰ ਵੀ ਦੱਸਾਂਗੇ, ਦੱਸਣ ਵਾਲੀਆਂ ਮੇਰੇ ਕੋਲ ਬਹੁਤ ਸੀਗੀਆਂ। ਪਰ ਇਹ ਚੀਜ਼ ਹੈ, ਇਹ ਸਮੱਸਿਆਵਾਂ ਹੈਗੀਆਂ ਸਾਡੇ ਪੰਜਾਬੀ ਬੋਲੀ ਦੇ ਵਿੱਚ, ਵਿਗਿਆਨਿਕ ਤੌਰ ਤੇ ਵੀ ਹੈਗੀਆਂ ਔਰ ਸਾਡੇ ਆਪਣੇ ਵਿੱਚ ਵੀ ਹੈਗੀਆਂ। ਅਸੀਂ ਮਾਨਸਿਕ ਤੌਰ ਤੇ ਉੱਤੇ ਜਿਹੜਾ ਕਈ ਵਾਰ ਸਮਝਦੇ ਹਾਂ ਕਿ ਸਾਡੀ ਬੋਲੀ ਨਾਲੋਂ ਆਹ ਜਿਹੜੀ ਬੋਲੀ ਚੰਗੀ ਹੈ, ਇਹ ਵੀ ਗੱਲ ਹੈਗੀ ਹੈ। ਮਜਬੂਰੀਆਂ ਵੀ ਹੈਗੀਆਂ, ਆਰਥਿਕ ਤੰਗੀਆਂ ਦੇ ਤੌਰ ਤੇ ਵੀ ਹੈਗੀਆਂ, ਸੱਭਿਆਚਾਰਕ ਪ੍ਰੋਬਲਮ ਵੀ ਹੈਗੀ ਹੈ। 2% 10% ਕੁਛ ਨਾ ਕੁਛ ਫਰਕ ਜ਼ਰੂਰ ਪਊਗਾ, ਇਹ ਮੇਰਾ ਵਿਸ਼ਵਾਸ ਹੈ। ਇਹ ਨਹੀਂ ਆ ਕਿ ਬੇਨਤੀਆਂ ਕਰਦਾ ਹੋਇਆ ਕਿ ਮੈਂ ਚਾਹਾਂਗਾ ਕੋਈ ਅੱਖਰ ਕੋਈ ਸ਼ਬਦ ਵਾਧਾ ਘਾਟਾ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹਾਂਗਾ, ਵਾਪਸ ਕਰ ਦਿਓ। ਜਿਹੜਾ ਚੰਗਾ ਲੱਗਾ ਰੱਖ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੋਲੇ ਸੋ ਨਿਹਾਲ। ਇਹ ਸਨ ਸਾਡੇ ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਜੀ, ਜੋ ਬਹੁਤ ਦੂਰੋਂ ਚੱਲ ਕੇ ਬਹੁਤ ਮੇਰੀ ਗਿਆਨ ਵਾਲੀਆਂ ਜੋ ਪ੍ਰੈਕਟੀਕਲ ਦੀਆਂ ਗੱਲਾਂ ਦੱਸ ਕੇ ਗਏ ਆ। ਵੀ ਆਪਾਂ ਜਿਹੜੀ ਖਾਸ ਕਰਕੇ ਮੈਨੂੰ ਇਹ ਅੱਛਾ ਬਹੁਤ ਲੱਗਿਆ ਵੀ ਜੋ ਪੰਜਾਬੀ ਨੂੰ ਆਪਾਂ, ਕਿਉਂਕਿ ਇਹ ਬੱਚਿਆਂ ਦੀ ਦੂਸਰੀ ਜ਼ੁਬਾਨ ਬਣ ਚੁੱਕੀ ਹੈ। ਉਹਨਾਂ ਦੀ ਮਾਂ ਭਾਸ਼ਾ ਪੰਜਾਬੀ ਨਹੀਂ ਰਹੀ, ਇੰਗਲਿਸ਼ ਉਹਨਾਂ ਦੀ ਮਾਂ ਭਾਸ਼ਾ ਹੈ, ਤੇ ਜਿਹੜੀ ਪੰਜਾਬੀ ਆ ਉਹਨਾਂ ਦੀ ਸੈਕੰਡ ਲੈਂਗੁਏਜ ਬਣ ਕੇ ਉਸ ਨੂੰ ਪੜ੍ਹਾਉਣ ਦੇ ਤਰੀਕੇ, ਜਿੱਦਾਂ ਇਹਨਾਂ ਨੇ ਇੰਟੋਨੇਸ਼ਨ ਤੇ ਜਾਂ ਐਮਫਸਾਈਜ਼ ਕੀਤਾ ਹੈ ਵੀ ਉਸ ਚੀਜ਼ ਨੂੰ, ਕਿਉਂਕਿ ਇਸ ਤਰੀਕੇ ਨਾਲ ਅਸੀਂ ਇੱਥੇ ਆ ਕੇ ਅੰਗਰੇਜ਼ੀ ਸਿੱਖੀ ਸੀ, ਇਸੇ ਕਰਕੇ ਉਹੀ ਜਿਹੜੇ ਹੈਗੇ ਆ ਪੜ੍ਹਾਉਣ ਦੇ ਤੌਰ ਤਰੀਕੇ ਆ ਆਪਾਂ ਨੂੰ ਪੰਜਾਬੀ ਨੂੰ ਵੀ ਸਾਨੂੰ ਉਹਨਾਂ ਨੂੰ ਅਪਣਾਉਣ ਦੀ ਲੋੜ ਹੈ। ਇਸ ਕਰਕੇ ਖਾਸ ਕਰਕੇ ਜੋ ਪੰਜਾਬੀ ਸਕੂਲਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਜੋ ਪੰਜਾਬੀ ਸਕੂਲਾਂ ਦੇ ਅਧਿਆਪਕ ਹਨ, ਮੇਰਾ ਖਿਆਲ ਉਹਨਾਂ ਲਈ ਇਹ ਬਹੁਤ ਹੀ ਵਧੀਆ ਫਾਇਦੇਮੰਦ ਹੈ। ਤੇ ਮੈਂ ਇਹਨਾਂ ਨੂੰ ਆਪਣਾ ਸ਼ਿੰਗਾਰਾ ਸਿੰਘ ਜੀ, ਪ੍ਰੋਫੈਸਰ ਸ਼ਿੰਗਾਰਾ ਸਿੰਘ ਜੀ ਢਿੱਲੋਂ ਨੂੰ ਮੈਂ ਕਹਾਂਗੀ ਕਿ ਅਸੀਂ ਜੋ ਯੋਗਸ਼ਾਰ ਪੰਜਾਬੀ ਵਿਰਸਾ ਫੋਰਮ ਆ ਉਸ ਦੇ ਨੀਚੇ ਇੱਦਾਂ ਦੇ ਜੇ ਪ੍ਰੋਗਰਾਮ ਆ ਆਪਣੇ ਟਾਈਮ ਟੂ ਟਾਈਮ ਆਪਾਂ ਲਿਖਦੇ ਰਹਾਂਗੇ, ਤੇ ਉਹਦੇ ਵਿੱਚ ਇੱਕ ਆਪਾਂ ਸੈਮੀਨਾਰ ਵਗੈਰਾ ਜਾਂ ਸਿੰਪੋਜ਼ੀਅਮ ਵਗੈਰਾ ਜਿਸ ਵਿੱਚ ਵਿਚਾਰ ਵਟਾਂਦਰਾ ਹੋ ਸਕੇ, ਉੱਥੇ ਤੁਹਾਨੂੰ ਅਸੀਂ ਜ਼ਰੂਰ ਬੁਲਾਵਾਂਗੇ। ਜੋ ਵੀ ਅੱਜ ਤੁਸੀਂ ਨਹੀਂ ਕਹਿ ਸਕੇ ਉੱਥੇ ਕਹਿਣ ਦਾ ਮੌਕਾ ਜ਼ਰੂਰ ਮਿਲੇਗਾ। ਸਾਲ ਵਿੱਚ 2 ਵਾਰੀ ਮੈਂ ਕੋਸ਼ਿਸ਼ ਕਰਦੀ ਹਾਂ ਵੀ ਉਹ ਪ੍ਰੋਗਰਾਮ ਬਣਾਇਆ ਜਾਵੇ, ਜਿਸ ਦੇ ਵਿੱਚ ਬੇਸ਼ੱਕ ਥੋੜ੍ਹੇ ਹੋਣ ਲੇਕਿਨ ਆਪਾਂ ਵਿਚਾਰ ਵਟਾਂਦਰੇ ਕਰ ਸਕੀਏ ਵੀ ਪੰਜਾਬੀ ਨੂੰ ਜਿਹੜਾ ਹੈਗਾ ਪੜ੍ਹਾਉਣ ਦੇ ਜੋ ਤੌਰ ਤਰੀਕੇ ਹਨ ਹੈਗੇ ਆ ਉਹ ਕਿਸ ਤਰ੍ਹਾਂ ਹੋਣਗੇ, ਇਹਦੇ ਬਾਰੇ ਜ਼ਰੂਰ ਹੀ ਸੋਚਿਆ ਜਾਵੇਗਾ। ਇਸ ਕਰਕੇ ਮੈਂ ਆਪਣੇ ਪ੍ਰੋਫੈਸਰ ਢਿੱਲੋਂ ਜੀ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਇੱਥੇ ਤੋਂ ਆ ਕੇ ਆਪਣੇ ਸਾਰੇ ਇਸ ਗਿਆਨ ਦੇ ਵਿੱਚ ਸਾਡਾ ਵਾਧਾ ਕੀਤਾ ਆ। ਕੋਈ ਸਵਾਲ ਕਿਸੇ ਨੇ ਪੁੱਛਣਾ ਹੋਵੇ ਢਿੱਲੋਂ ਜੀ ਤੋਂ? ਹਾਂਜੀ, ਟਾਲੀ ਵਾਲੀ ਗੱਲ ਤੇ ਵਿੱਚ ਹੀ ਰਹਿ ਗਈ। ਉਹ ਟਾਲੇ ਵਾਲੀ ਗੱਲ ਵਿੱਚ ਹਾਂਜੀ ਤੁਸੀਂ ਦੱਸਣਾ ਚਾਹੋਗੇ ਢਿੱਲੋਂ ਜੀ? ਉੱਪਰ ਲਿਖੀ ਸੀ ਸਭ ਤੋਂ ਟਾਲੇ ਲਿਖਿਆ ਗੱਲਾਂ, ਹੋਰ ਨਹੀਂ ਕੁਛ ਲਿਖਿਆ। ਮੈਂ ਕਿਹਾ ਜੋ ਵੱਖਰੇ ਸਪੈਲਿੰਗ ਹੈਗੇ ਆ ਵੀ ਜੇ ਆਪਾਂ ਹਾਹਾ ਵਿੱਚ ਨਾ ਪਾਈਏ, ਵਿੱਚ ਪੈ ਦੇ ਵਿੱਚ ਅਧਿਕ ਨਾ ਪਾਈਏ, ਇਹਨਾਂ ਦੇ ਜਿਹੜੇ ਹੈਗੇ ਆ ਮੀਨਿੰਗ ਵੱਖਰੇ ਨਿਕਲ ਸਕਦੇ ਨੇ। ਪ੍ਰੋਫੈਸਰ ਢਿੱਲੋਂ ਜੀ ਜਾਂ ਕੁਛ ਹੋਰ ਦੱਸਣਾ ਚਾਹੁੰਦੇ ਹੋ? ਹਾਂਜੀ ਦੱਸੋ, ਇੱਧਰ ਆ ਜਾਓ। ਇੱਕ ਬੋਰਡ ਨੀਮਾ ਆ, ਮੈਂ ਇਹਦੇ ਤੇ ਬੈਟਰ ਐਕਸਪਲੇਨ ਕਰਦਾ ਉੱਚਾ ਕਰ ਦਿਓ। ਕੋਈ ਹੱਥ ਛੁਡਾ ਦੋ। ਟਾਲੀ ਇਹਦੇ ਵਿੱਚ ਜਿਹੜੀਆਂ ਮੈਂ 3 ਸੁਰਾਂ ਦੀ ਗੱਲ ਕੀਤੀ ਹੈ, ਹਾਈ ਟੋਨ, ਲੀਬਲ ਟੋਨ ਐਂਡ ਲੋ ਟੋਨ, 3 ਟੋਨਾਂ ਹੈ ਇਹਦੇ ਵਿੱਚੋਂ। ਇੱਧਰ ਆ ਜਾਓ। ਕੋਈ ਇਸ ਤਰ੍ਹਾਂ ਮੈਂ ਦੱਸ ਦਿੰਦਾ। ਪ੍ਰੋਫੈਸਰ ਜੀ ਇੱਧਰ ਆ ਜਾਓ ਤੁਸੀਂ, ਹਾਂ ਇਹਦੇ ਵਿੱਚ ਬੋਲੋ ਸਪੀਕਰ ਦੇ ਵਿੱਚ ਤਾਂ ਕਿ ਸੁਣ ਸਕਦੇ ਸਾਰੇ। ਇਹ ਪੰਜਾਬੀ ਦੇ ਵਿੱਚ ਹੀ ਪਾਈਆਂ ਜਾਂਦੀਆਂ 3 ਟੋਨਾਂ। ਆਮ ਬੋਲੀਆਂ ਦੇ ਵਿੱਚ ਜਿਹੜੀ ਹੈ ਉੱਚੀ ਸੁਰ ਤੇ ਨੀਵੀਂ ਸੁਰ, ਦੁਨੀਆ ਦੀਆਂ ਮੋਸਟ ਆਫ ਜਿਹੜੀਆਂ ਲੈਂਗੁਏਜਿਸ ਆ ਉਹਨਾਂ ਦੇ ਵਿੱਚ 2 ਸੁਰਾਂ ਪਾਈਆਂ ਜਾਂਦੀਆਂ, ਲੇਕਿਨ ਪੰਜਾਬੀ ਇੱਕੋ ਇੱਕ ਭਾਸ਼ਾ ਜਿਹਦੇ ਵਿੱਚ 3 ਸੁਰਾਂ ਪਾਈਆਂ ਜਾਂਦੀਆਂ। ਇਸੇ ਕਰਕੇ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਸਮਝਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਉਹ ਘਰ ਨੂੰ ਘਰ ਨਹੀਂ ਕਹਿ ਸਕਦੇ, ਘਰ ਨੂੰ ਕਰ ਕਹਿੰਦੇ। ਇੱਥੇ ਜਿਹੜੇ ਬੱਚੇ ਬੋਲਦੇ ਆ, ਤੁਸੀਂ ਕਿਤੇ ਉਹਨਾਂ ਦੀ ਇੰਗਲਿਸ਼ ਸੁਣਿਓ, ਉਹ ਉਹਨਾਂ ਦਾ ਕਸੂਰ ਨਹੀਂ ਹੈ, ਉਹਨਾਂ ਨੂੰ ਜੋ ਦੱਸਿਆ ਗਿਆ ਉਹਦੇ ਮੁਤਾਬਕ ਹੈ, ਕਿਉਂਕਿ ਉਹ ਸਿਸਟਮੈਟਿਕਲੀ ਜਿਹੜੀ ਅਸੀਂ ਟੀਚਿੰਗ ਜਿਹੜੀ ਹੈ ਉਹ ਨਹੀਂ ਦਿੱਤੀ। ਟਾਲੀ ਦੇ ਵਿੱਚ ਹਾਹਾ ਜਿਹੜਾ ਆ ਇਹ ਆਪਣੇ ਆਪ ਦੇ ਵਿੱਚ ਦਾ ਅਲਫਾਬੇਟ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਫਿਰ ਇਹ ਲਿਖਿਆ ਕਿਉਂ? ਲਿਖਿਆ ਸਿਰਫ ਸਹੂਲਤ ਦੇ ਵਾਸਤੇ ਹੈ। ਹਾਹਾ ਜਦੋਂ ਤੁਸੀਂ ਉਚਾਰਦੇ ਵੀ ਆ, ਕੋਈ ਵੀ ਸਰੀਰ ਦਾ ਅੰਗ ਜਿਹੜਾ ਹੈ ਉਹ ਹਰਕਤ ਦੇ ਵਿੱਚ ਨਹੀਂ ਆਉਂਦਾ, ਸਾਹ ਸਿੱਧਾ ਬਾਹਰ ਆਉਂਦਾ। ਸੁਰ ਜੰਤਰ ਇਹਨੂੰ ਕਹਿੰਦੇ ਆ। ਇਹ ਹਾਈ ਪਿਚ ਦਾ ਸੂਚਕ ਹੈ। ਜਦੋਂ ਹਾਈ ਪਿਚ ਵਿੱਚੋਂ ਕੱਢ ਦਿੱਤੀ, ਸੁਰਿੰਦਰ ਜੀ ਹੋਣੀ ਜਿਸ ਤਰ੍ਹਾਂ ਕੱਢਿਆ ਵਿੱਚੋਂ ਹਾਈ ਪਿਚ ਕੱਢ ਦਿੱਤੀ ਆਪਾਂ, ਟਾਲੀ। ਹਾਹਾ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਹਾਈ ਪਿਚ ਪੈਦਾ ਕਰਦਾ ਤਾਂ ਟਾਲੀ ਬਣਦੀ ਹੈ। ਜਦੋਂ ਹਾਈ ਪਿਚ ਵਿੱਚੋਂ ਕੱਢ ਦੋਗੇ ਸਮੂਥ ਆ ਜਾਊਗਾ, ਟਾਲੀ ਬਣ ਜਾਊਗਾ। ਹੁਣ ਟੈਂਕੇ ਦੇ ਉੱਤੇ ਲੋ ਟੋਨ ਦਿਓ,
ਟੈਂਕਰ ਦਾ ਢੱਡਾ ਬਣ ਜਾਂਦਾ ਆਪਣੇ ਆਪ ਦੇ ਵਿੱਚ। ਢੱਡਾ ਨਹੀਂ ਹੈ, ਲੇਕਿਨ ਇਹ ਇੰਟੋਨੇਸ਼ਨ ਜਿਹੜੀ ਹੈ, ਟੋਨ ਜਿਹੜੀ ਹੈ, ਸੁਰ ਜਿਹੜੀ ਹੈ ਬੋਲੀ ਦੇ ਵਿੱਚ, ਉਹ ਪੈਦਾ ਕਰਦੀ ਹੈ ਇਹਨਾਂ ਚੀਜ਼ਾਂ ਨੂੰ। ਤੁਹਾਡੇ ਬੋਲ ਜਿਹੜੇ ਆ, ਜੀਭ ਦਾ ਉੱਪਰ ਥੱਲੇ ਹੋਣਾ, ਮੈਂ ਸਾਰੇ ਗਾਮਾ ਪਾ ਦੀ ਪਹਿਲਾਂ ਗੱਲ ਕਰ ਗਿਆ। ਇੱਕ ਸ਼ਬਦ ਮੇਰੇ ਬੜੇ ਪਿਆਰੇ ਮਿੱਤਰ ਸੁਖਦੇਵ ਸਿੰਘ ਬੈਠੇ ਇੱਥੇ, ਜਦੋਂ ਸੁਖਦੇਵ ਸਿੰਘ ਬੋਲਾਂਗੇ ਨਾ ਆਪਾਂ, ਕਿੰਨੇ ਲਫ਼ਜ਼ ਆਉਂਦੇ ਨੇ, ਕਿੰਨੀਆਂ ਆਵਾਜ਼ਾਂ ਆਉਂਦੀਆਂ ਨੇ। ਸੱਸਾ, ਕੱਕਾ, ਹਾਹਾ, ਅੱਗੇ ਸਿੰਘ ਦੇ ਵੱਖਰੇ ਵੱਖਰੇ ਆਉਂਦੇ ਨੇ। ਇਹ ਚੀਜ਼ ਆਉਂਦੀ। ਖੱਖਾ ਆਪਣੇ ਆਪ ਦੇ ਵਿੱਚ ਖੱਖਾ ਨਹੀਂ ਹੈ, ਉਹ ਕੱਕੇ ਦੇ ਉੱਤੇ ਹਾਈ ਪਿਚ ਹੈ, ਹਾਈ ਟੋਨ ਹੈ। ਸੁੱਖ, ਆਪਣੇ ਵਿੱਚੋਂ ਬਹੁਤਿਆਂ ਦੇ ਨਾਮ ਜਿਹੜੇ ਆ ਦੋ ਕੰਪਾਊਂਡਾਂ ਦੇ ਬਣੇ ਹੋਏ ਹੈ। ਇੰਦਰਪਾਲ ਸਿੰਘ, ਇੰਦਰ ਆਪਣੇ ਆਪ ਦੇ ਵਿੱਚ ਵੱਖਰਾ ਹੈ। ਈੜੀ ਨੂੰ ਸਿਹਾਰੀ, ਨੰਨਾ, ਦੱਦਾ, ਐੜਾ, ਰਾਰਾ। ਇੰਦਰ। ਪੱਪਾ, ਐੜਾ, ਆ, ਲ, ਪਾਲ, ਤਿੰਨ ਉਹਦੇ ਵਿੱਚ ਆ ਗਏ। ਇਹ ਆਵਾਜ਼ਾਂ ਹੈ। ਜਦੋਂ ਅਸੀਂ ਉਚਾਰਦੇ ਹਾਂ ਨਾ, ਸਾਡੀ ਜੀਭ, ਸਾਡੇ ਦੰਦ, ਸਾਡੇ ਬੁੱਲ, ਸਾਡੇ ਆ ਜਿਹੜੀਆਂ ਵੋਕਲ ਕਾਰਡਸ ਹੈ, ਇਹਨਾਂ ਦੇ ਵਿੱਚੋਂ ਹਵਾ ਆਉਂਦੀ ਹੈ, ਫੇਫੜੇ, ਔਰ ਪੂਰਾ ਰੈਸਪੀਰੇਟਰੀ ਸਿਸਟਮ ਜਿਹੜਾ ਹੈ ਇਹਦੇ ਪਿੱਛੇ ਕੰਮ ਕਰਦਾ ਹੈ। ਇਹ ਜਿਹੜੇ 35 ਅੱਖਰੀ ਦੇ ਅੱਖਰ ਹੈ ਨਾ, ਸਿਰਫ ਇਹ ਅਸੀਂ ਚਿੰਨ੍ਹ ਰੱਖੇ ਹੋਏ ਹੈ ਸਮਝਣ ਵਾਸਤੇ। ਆਪਣੇ ਆਪ ਦੇ ਵਿੱਚ ਇਹਨਾਂ ਵਿੱਚੋਂ ਬਹੁਤਿਆਂ ਦੀ ਹੋਂਦ ਨਹੀਂ ਹੈ। ਨਈਆਂ, ਨੰਨਾ, ਨਾਣਾ ਨਾਸਲਾਈਜੇਸ਼ਨ ਹੈ। ਨੱਕ ਦੇ ਵਿੱਚ ਕਿਸੇ ਸ਼ਬਦ ਨੂੰ ਬੋਲਦੇ ਆ, ਅੱਖਰ ਨੂੰ ਬੋਲਦੇ ਆ, ਨਾਸਲਾਈਜੇਸ਼ਨ ਨੂੰ ਕਹਿੰਦੇ ਆ। ਸੋ ਇਹ ਟਾਲੀ ਤੇ ਢਾਲੀ ਦਾ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਸੀਗਾ। ਤੇ ਇੰਨਾ ਕੁ ਮੈਂ ਅੱਜ ਇੰਨੇ ਕਿ ਰੱਖੋ। ਹੋਰ ਸਵਾਲ ਪੁੱਛਣਾ ਤਾਂ ਤੁਸੀਂ ਜੀ ਸਰ ਕੇ ਪੁੱਛ ਸਕਦੇ ਹੋ। ਹਾਂਜੀ ਪ੍ਰੋਫੈਸਰ ਸਾਹਿਬ, ਆਪਾਂ ਕਈ ਕਾਰਨ ਦੇਖੇ ਆ ਵੀ ਪੰਜਾਬੀ ਦੀ ਨਿਪੁੰਨਤਾ ਲਈ ਕਈ ਸਾਰੇ ਬੈਰੀਅਰਸ ਨੇ ਜਿਹੜੇ ਅੜਿੱਕੇ ਆਪਾਂ ਸੁਣੇ ਆ ਪਹਿਲਾਂ। ਪੰਜਾਬੀ ਦੀ ਨਿਪੁੰਨਤਾ ਲਈ ਕਿੰਨਾ ਕੁ ਸਮੇਂ ਸਾਨੂੰ ਬੱਚਿਆਂ 'ਚ ਗੁਜ਼ਾਰਨਾ ਚਾਹੀਦਾ? ਹਾਲਾਂਕਿ ਤੁਸੀਂ ਪੰਜਾਬ ਦਾ ਇੱਥੇ ਕਹਿ ਦਿੰਦੇ ਕਿ 15,000 ਆਵਰਸ ਰਿਸੈਪਸ਼ਨ ਤੋਂ ਲੈ ਕੇ ਈਅਰ 11 ਤੱਕ 15,000 ਆਵਰਸ ਬੱਚਾ ਇੱਕ ਸਾਲ ਦੇ ਵਿੱਚ 1,000 ਆਵਰਸ ਥੋੜ੍ਹਾ ਜਿਹਾ ਉੱਤੇ ਕਹਿ ਲਓ ਸਕੂਲ ਵਿੱਚ ਬਤੀਤ ਕਰਦਾ ਇੰਗਲਿਸ਼ ਲਰਨ ਕਰਨ ਨੂੰ। ਪੰਜਾਬੀ ਦੀ ਨਿਪੁੰਨਤਾ ਲਈ ਬੈਰੀਅਰਸ ਬਹੁਤ ਹੈਗੇ ਆ, ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ, ਕਾਰਨ ਬਹੁਤ ਸਾਰੇ। ਕਿੰਨਾ ਕੁ ਸਮੇਂ ਸਾਨੂੰ ਗੁਜ਼ਾਰਨਾ ਚਾਹੀਦਾ ਬੱਚਿਆਂ ਨਾਲ, ਜਾਂ ਕਿਸ ਤਰ੍ਹਾਂ ਇੱਕ ਤੁਸੀਂ ਦੱਸਿਆ ਜਿਹੜੀ ਇਹ ਟੀਚਿੰਗ ਜਿਹੜੀ ਕੁਆਲੀਫਿਕੇਸ਼ਨ ਦੀ ਤੁਸੀਂ ਵੀ ਗੱਲ ਕੀਤੀ ਵੀ ਕਿੱਦਾਂ ਪੜ੍ਹਾਉਣਾ, ਲੇਕਿਨ ਤੁਸੀਂ ਦੱਸੋ ਵੀ ਟਾਈਮ ਕਿੰਨਾ ਲੱਗਣਾ? ਜੀ, ਬਹੁਤ ਵਧੀਆ ਤੁਹਾਡਾ ਸਵਾਲ ਹੈ। ਇਹਦੇ ਤੋਂ ਮੈਂ ਪਹਿਲਾਂ ਜਾਂਦੇ ਇਸ਼ਾਰਾ ਮਾਰ ਗਿਆ ਸੀਗਾ ਕਿ ਬੱਚੇ ਸਭ ਤੋਂ ਵੱਡਾ ਸਰਮਾਇਆ, ਸਭ ਤੋਂ ਵੱਡੀ ਪੂੰਜੀ ਇਹ ਹੈ। ਪੈਸਾ, ਧਨ ਪਦਾਰਥ ਇਕੱਠੇ ਕਰ ਲੈਣਾ ਪੂੰਜੀ ਨਹੀਂ। ਇਹਨਾਂ ਨੇ ਜਦੋਂ 15-16 ਸਾਲ ਦੇ ਹੋ ਜਾਣਾ, ਫੁਰ ਅਟਾਰੀ ਮਾਰ ਕੇ ਆਪੋ ਆਪਣੇ ਰਸਤੇ 'ਚ ਪੈ ਜਾਣਾ। ਫਿਰ ਅਸੀਂ ਤੁਰਨਾ ਕਿ ਸਾਡੇ ਕੋਲ ਆ ਕੇ ਬੈਠਣ, ਨਹੀਂ ਬੈਠਣਗੇ, ਕਿਉਂਕਿ ਉਹਨਾਂ ਦਾ ਜਿਹੜਾ ਮਾਈਂਡ ਸੈਟ ਹੈ, ਉਹਨਾਂ ਦੀ ਸਾਈਕੀ ਜਿਹੜੀ ਹੈ, ਸਾਈਕੋਲੋਜੀ ਜਿਹੜੀ ਹੈ, ਉਹ ਉਹਨਾਂ ਦੇ ਦੋਸਤਾਂ ਨਾਲ ਹੈ। ਟਾਈਮ ਸਕੂਲਾਂ ਵਾਲਿਆਂ ਵੱਲੋਂ, ਤੁਸੀਂ ਇੰਗਲਿਸ਼ ਸਕੂਲਾਂ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਆ, ਇੱਥੇ ਬੜਾ ਸਿਸਟਮ ਅੱਛਾ ਹੈ। ਟਾਈਮ ਐਲੋਕੇਟ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ 300 ਘੰਟੇ ਹੈ ਇੱਕ ਕੋਰਸ ਦੇ ਵਾਸਤੇ, ਘੰਟੇ ਹੁੰਦੇ ਆ, ਆਵਰਸ ਹੁੰਦੇ ਆ ਕਿ ਇੰਨੇ ਆਵਰਸ ਦੇ ਵਿੱਚ ਇਹ ਕੋਰਸ ਕਰ ਲੈਣਾ। ਲੇਕਿਨ ਜਿਹੜਾ ਬੱਚੇ ਨੂੰ ਟਾਈਮ ਦੇਣ ਦੀ ਗੱਲ ਹੈ, ਉਹ ਐਟਲੀਸਟ 2 ਤੋਂ 3 ਘੰਟੇ ਰੋਜ਼ ਉਹਨੂੰ ਦੇਣੇ ਚਾਹੀਦੇ ਆ। ਇਹ ਜ਼ਰੂਰੀ ਨਹੀਂ ਹੈ ਕੋਰਸ ਕਰਕੇ ਇਹਨੂੰ ਪੜ੍ਹਾਉਣਾ ਹੈ। ਉਹਦੇ ਕੋਲ ਬੈਠੋ, ਉਹਦੀਆਂ ਇੰਟੈਂਸ਼ਨਸ, ਉਹਦੀਆਂ ਭਾਵਨਾਵਾਂ ਸਮਝੋ, ਉਹ ਸਮਝੋ ਵੀ ਕਿਹੜੇ ਵਿਸ਼ੇ ਨੂੰ ਜ਼ਿਆਦਾ ਪਿਕ ਕਰਦਾ। ਜ਼ਰੂਰੀ ਨਹੀਂ ਹੈ ਕਿ ਜੋ ਵਿਸ਼ਾ ਸਾਡੇ ਮਨ ਦੇ ਵਿੱਚ ਹੈ ਕਿ ਅਸੀਂ ਡਾਕਟਰ ਨਹੀਂ ਬਣ ਸਕੇ ਤਾਂ ਇਹਨੂੰ ਵੀ ਡਾਕਟਰ ਬਣਾ ਲਓ, ਇਸ ਤਰ੍ਹਾਂ ਦੀ ਨਹੀਂ। ਬੱਚੇ ਨੂੰ ਸਮਝੋ, ਉਹਦੀ ਸਾਈਕੋਲੋਜੀ ਨੂੰ ਸਮਝੋ, ਮੈਕਸਿਮਮ ਟਾਈਮ ਦਿਓ। 2 ਜਾਂ 3 ਘੰਟੇ ਰੋਜ਼ ਦੇ ਜ਼ਰੂਰੀ ਹੈ ਮੇਰੇ ਹਿਸਾਬ ਨਾਲ। ਜੋ ਮੈਂ ਸੋਚਦਾ ਇਸ ਹਿਸਾਬ ਦੇ ਨਾਲ ਜਿਹੜਾ 2 ਜਾਂ 3 ਘੰਟੇ ਕਿਸੇ ਬੱਚੇ ਨੂੰ ਦੇਵਾਂਗੇ, ਐਟਲੀਸਟ ਜੇ ਉਸ ਨੂੰ ਪੰਜਾਬੀ ਲੈਂਗੁਏਜ ਸਿਖਾਉਣੀ ਚਾਹੁੰਦੇ ਆ ਤਾਂ ਅਸੀਂ 50% ਕਾਮਯਾਬੀ ਜ਼ਰੂਰ ਹੋਊਗੀ। ਕਿ ਜੇ ਸਾਡੀ ਇੰਟੈਂਸ਼ਨ ਕਲੀਅਰ ਹੋਊਗੀ ਕਿ ਇਹਨੂੰ ਗੱਲਾਂ ਦੇ ਵਿੱਚ ਕੁਝ ਨਾ ਕੁਝ ਬੋਲੀ ਸਿਖਾ ਦੇਣੀ ਹੈ, ਉਹਦੀ ਇੰਟੈਂਸ਼ਨ ਦਾ ਉਹਨੂੰ ਵੀ ਨਹੀਂ ਪਤਾ ਲੱਗਣ ਦੇਣਾ ਚਾਹੀਦਾ ਕਿ ਬਾਬਿਆਂ ਦੀ ਇੰਟੈਂਸ਼ਨ ਹੈ ਕੀ। ਗੱਲਾਂ ਵਿੱਚ ਅਚੇਤ ਰੂਪ ਦੇ ਵਿੱਚ ਉਹਦੇ ਦਿਮਾਗ 'ਚ ਗੱਲ ਪਾਓ।
ਮੇਰਾ ਬੱਚਾ ਮੈਨੂੰ ਪੁੱਛਦਾ ਹੈ, ਟੌਲ ਤੇ ਤੌਲੀਏ ਦੇ ਵਿੱਚ ਕੀ ਫਰਕ ਹੁੰਦਾ ਹੈ? ਹੁਣ ਗੱਲਾਂ ਤਾਂ ਮੇਰੇ ਕੋਲ ਬਹੁਤ ਹੈ, ਭਾਵੇਂ ਇੱਥੇ ਸਾਰਾ ਰਾਤ ਬੈਠੇ ਰਹੋ। ਟੌਲ ਤੇ ਤੌਲੀਆ ਇੱਕੋ ਹੀ ਬੋਲੀ ਦੇ ਦੋ ਲਫ਼ਜ਼ ਹੈ। ਟੌਲ ਤੋਂ ਤੌਲੀਆ ਬਣਿਆ ਹੈ। ਕਿਵੇਂ ਬਣਿਆ? ਫੌਜੀ ਹੁੰਦੇ ਸੀ 47 ਤੋਂ ਪਹਿਲਾਂ, ਗੋਰਿਆਂ ਦੀ ਫੌਜ ਦੇ ਵਿੱਚ ਨਹੀਂ ਚੱਕਿਆ, ਉੱਥੋਂ ਤੌਲੀਆ ਬਣ ਗਿਆ ਸੀ। ਜਿਹੜੇ ਨਹੀਂ ਬਣਾ ਸਕੇ ਬੱਸ, ਕਾਰ, ਮੋਟਰ, ਟਰੱਕ ਰਹਿ ਗਏ, ਰੇਲ ਗੱਡੀ ਰਹਿ ਗਏ। ਜਿਹੜੇ ਨਹੀਂ ਬਣਾ ਸਕੇ ਉਹ ਨਹੀਂ ਰਹਿ ਗਏ, ਜਿਹੜੇ ਬਣਾ ਲਏ ਉਹਨਾਂ ਦੇ ਵਿੱਚ ਗੁੱਡਮੈਨ ਦੀ ਲਾਲਟਨ ਵੀ ਬਣ ਗਿਆ। ਲਾਲਟਨ ਫੌਜ ਦੇ ਵਿੱਚ ਇੱਕ ਰੌਸ਼ਨੀ ਵਾਸਤੇ ਲੈਂਟਰ ਉਹਨੂੰ ਕਹਿੰਦੇ, ਉਹ ਹੁੰਦਾ। ਲੈਕਚਰ ਜਿਹੜਾ ਹੈ ਉਹਦਾ ਲਸ਼ਕਰ ਸਿੰਘ ਬਣਾਤਾ ਆਪਾਂ, ਜਨਰਲ ਦਾ ਜਰਨੈਲ ਸਿੰਘ ਬਣਾ ਦਿੱਤਾ, ਕਾਲੋਨਲ ਦਾ ਕਰਨੈਲ ਸਿੰਘ ਬਣਾ ਦਿੱਤਾ। ਇਹ ਦੋ ਰੂਪ ਹੁੰਦੇ ਆ ਬੋਲੀ ਦੇ, ਸ਼ਬਦਾਂ ਦਾ ਆਦਾਨ ਪ੍ਰਦਾਨ। ਤਦ ਭਾਵ ਸੇਮ ਇਟ ਇਜ਼ ਐਂਡ ਟਰਾਂਸਫਾਰਮੇਸ਼ਨਲ। ਜਿੱਥੇ ਸਾਨੂੰ ਲੱਗਾ ਕਿ ਅਸੀਂ ਟਰਾਂਸਫਾਰਮੇਸ਼ਨਲ ਲੈਣਾ, ਉਹ ਟਰਾਂਸਫਾਰਮੇ ਆਪਣੀ ਬੋਲੀ ਦੇ ਮੁਤਾਬਕ ਕਰ ਲਿਆ। ਜਿੱਥੇ ਲੱਗਾ ਨਹੀਂ ਹੈ, ਹੋਰ ਸੈਸ਼ਨ ਰੱਖਣ ਦੀ ਲੋੜ ਆ। ਤੇ ਅਗਲੇ ਸਾਲ ਆਪਾਂ ਰਾਸ਼ਟਰੀ ਮਾਤ ਭਾਸ਼ਾ ਦਿਨ ਮਨਾਵਾਂਗੇ। ਮੇਰਾ ਖਿਆਲ ਜੇ ਹੋ ਸਕੇ ਤਾਂ ਆਪਾਂ ਪੂਰੇ ਦਿਨ ਦਾ ਪ੍ਰੋਗਰਾਮ ਰੱਖ ਸਕਦੇ ਹਾਂ, ਜਿਹਦੇ ਵਿੱਚ ਆਪਾਂ, ਕਿਉਂਕਿ ਬੱਚਿਆਂ ਨੂੰ ਪੰਜਾਬੀ ਕਿਸ ਤਰ੍ਹਾਂ ਸਿਖਾਈ ਜਾਵੇ ਐਜ਼ ਏ ਸੈਟਲ ਲੈਂਗੁਏਜ, ਜਿਸ ਤਰ੍ਹਾਂ ਕਿ ਪ੍ਰੋਫੈਸਰ ਢਿੱਲੋਂ ਜੀ ਹੋਰਾਂ ਨੇ ਕਿਹਾ, ਇਹਦੇ ਲਈ ਸਾਨੂੰ ਹੋਰ ਵਕਤ ਦੀ ਲੋੜ ਹੈ। ਸੋ ਕੋਸ਼ਿਸ਼ ਕਰਾਂਗੇ ਅੱਧੇ ਦਿਨ ਦੀ ਥਾਂ ਤੇ ਆਪਾਂ ਪੂਰੇ ਦਿਨ ਦਾ ਪ੍ਰੋਗਰਾਮ ਰੱਖ ਲਈਏ, ਜਾਂ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਆਪਾਂ ਇਹਦੇ ਬਾਰੇ ਸੈਮੀਨਾਰ ਕਰਾਂਗੇ ਅੱਧੇ ਦਿਨ ਦੇ, ਜਿਹਦੇ ਵਿੱਚ ਆਪਾਂ ਇਹਦਾ ਬੁਲਾਰੇ ਬਾਹਰੋਂ ਬੁਲਾ ਸਕਦੇ ਹਾਂ, ਜਿਸ ਤਰ੍ਹਾਂ ਕਿ ਪ੍ਰੋਫੈਸਰ ਢਿੱਲੋਂ ਜੀ ਹੋਣੀ ਹਨ, ਤਾਂ ਕਿ ਇਹਦੇ ਵਿੱਚ ਆਪਾਂ ਨੂੰ ਕੋਈ ਟਾਈਮ ਦੀ ਕੋਈ ਦਿੱਕਤ ਨਾ ਆਵੇ। ਇਹਨਾਂ ਦਾ ਆਪਾਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰੋਫੈਸਰ ਜੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹਨਾਂ ਨੇ ਆ ਕੇ ਬਹੁਤ ਆਪਣੀ ਜਿਹੜੀ ਵਿਚਾਰਾਂ ਦੀ ਸਾਂਝ ਪਾਈ ਆ। ਥੈਂਕ ਯੂ ਵੈਰੀ ਮੱਚ। ਤੇ ਹੁਣ ਮੇਰਾ ਖਿਆਲ ਆਪਣਾ ਜਿਹੜਾ ਵਕਤ ਹੈਗਾ ਬੜੀ ਤੇਜ਼ੀ ਦੇ ਨਾਲ ਗੁਜ਼ਰਿਆ, ਤੇ ਨੀਅਰਲੀ 1:45 ਵਾਲੇ ਨੇ। ਤੇ ਇੱਕ ਆਪਾਂ ਸੈਸ਼ਨ ਇਹ ਵੀ ਰੱਖਿਆ ਸੀਗਾ ਵੀ ਆਪਣੇ ਜਿਹੜੇ ਮਾਂ-ਬਾਪ ਹੈ, ਜਦੋਂ ਉਹ ਪੰਜਾਬੀ ਸਕੂਲਾਂ ਦੇ ਵਿੱਚ, ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਵੀ ਪੰਜਾਬੀ ਸਿਖਾਉਣ ਦੇ ਲਈ, ਉਹ ਕਿਉਂ? ਉਹ ਹੁਣ ਮੇਰਾ ਖਿਆਲ ਬਹੁਤੀਆਂ ਆਪਣੇ ਬੁਲਾਰਿਆਂ ਦੀਆਂ ਸਪੀਚਾਂ ਦੇ ਥਰੂ, ਤੇ ਇਹ ਆਪਾਂ ਮੇਰਾ ਖਿਆਲ ਗੱਲ ਕਲੀਅਰ ਹੋ ਚੁੱਕੀ ਆ ਵੀ ਆਪਾਂ ਨੂੰ ਪੰਜਾਬੀ ਸਿਖਾਉਣ ਦੀ ਲੋੜ ਹੈ ਬੱਚਿਆਂ ਨੂੰ, ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਤੇ ਪੰਜਾਬ ਵਿੱਚ ਵੀ, ਦੋਨੀ ਥਾਈਆਂ। ਲੇਕਿਨ ਉਸ ਜਿਹੜੀ ਪੰਜਾਬੀ ਕਿਉਂ ਸਿਖਾਉਂਦੇ ਆ, ਮੇਰਾ ਖਿਆਲ ਪ੍ਰੋਫੈਸਰ ਢਿੱਲੋਂ ਜੀ ਨੇ ਆਪਣੇ ਡਾਕਟਰ ਕੰਡੋਲਾ ਜੀ ਹੋਣਾ ਨੇ ਬਹੁਤ ਹੀ ਵਧੀਆ ਦੱਸ ਦਿੱਤਾ ਕਿ ਇਹ ਸਾਡੀ ਜਿਹੜੀ ਪੰਜਾਬੀ, ਜਿਹੜੀ ਸਾਡੀ ਮਾਂ ਬੋਲੀ, ਉਹ ਸਾਡੀ ਦਰਖਤ ਦੀ ਜੜ੍ਹ ਆ। ਇਹ ਜਿਹੜੀਆਂ ਜੜ੍ਹਾਂ ਪੰਜਾਬੀ ਤੋਂ ਅਗਰ ਨਹੀਂ ਸਿੱਖਣਗੇ, ਇਹਦੀਆਂ ਜੜ੍ਹਾਂ ਬੜੀਆਂ ਖੋਖਲੀਆਂ ਹੋ ਸਕਦੀਆਂ ਹਨ। ਤੇ ਆਪਾਂ ਪੰਜਾਬੀ ਤੋਂ, ਜੇ ਪੰਜਾਬੀ ਵੀ ਸਾਡੇ ਕੋਲ ਨਹੀਂ ਮਾਂ ਬੋਲੀ, ਤਾਂ ਸਾਡਾ ਸੱਭਿਆਚਾਰ ਵੀ ਨਹੀਂ ਰਹਿਣਾ ਹੈ। ਮੈਂ ਕਿਹਾ ਇਹੀ ਕੁਛ ਮਾਂ ਬਾਪ ਨੇ, ਮੈਂ ਚਾਹੁੰਦੀ ਸੀ ਵੀ ਆਪਣੇ ਉਹਨਾਂ ਦੇ ਮੂੰਹੋਂ ਸੁਣੀਏ, ਟੀਚਰਾਂ ਦੇ ਕੋਲੋਂ ਸੁਣੀਏ ਤੇ ਬੁਲਾਰਿਆਂ ਦੇ ਕੋਲੋਂ ਸੁਣੀਏ, ਲੇਕਿਨ ਉਹਦੇ ਆਪਣੀ ਟਾਈਮ ਨਹੀਂ ਰਿਹਾ। ਹੁਣ ਆਪਾਂ ਅੱਗੇ ਚੱਲਦੇ ਹਾਂ ਵੀ ਅੱਜ ਦਾ ਜੋ ਦਿਨ ਹੈਗਾ, ਜਿਹੜੇ ਇਹਨੇ ਵੀ ਬੁਲਾਰਿਆਂ ਨੇ ਬਹੁਤ ਹੀ ਵਧੀਆ, ਆਪਣੇ ਜਿਹੜੇ ਬੁਲਾਰਿਆਂ ਨੇ ਅੱਜ ਬਹੁਤ ਹੀ ਵਧੀਆ ਜਿਹੜਾ ਹੈਗਾ, ਬਹੁਤ ਹੀ ਟੌਪਿਕਾਂ ਤੇ ਚਾਨਣਾ ਪਾਇਆ ਹੈ। ਲੇਕਿਨ ਹਰ ਇੱਕ ਟੌਪਿਕ ਤੇ ਤਕਨੀਕੀ ਗਿਆਨ ਤੋਂ ਲੈ ਕੇ ਜੋ ਮਾਤ ਭਾਸ਼ਾ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਬ੍ਰਿਟਨ ਦੇ ਵਿੱਚ, UK ਦੇ ਵਿੱਚ ਅੜਿੱਕੇ ਆ ਰਹੇ ਹਨ, ਜਾਂ ਫਿਰ ਜਿਸ ਤਰ੍ਹਾਂ ਕਿ ਪ੍ਰੋਫੈਸਰ ਢਿੱਲੋਂ ਜੀ ਹੋਰਾਂ ਨੇ ਕਿਹਾ ਹੈਗਾ ਵੀ ਜਿਹੜੀ ਆਪਾਂ ਬੱਚਿਆਂ ਨੂੰ ਕਿਸ ਤਰ੍ਹਾਂ ਪੰਜਾਬੀ ਸਿੱਖਣ ਵੱਲ ਮੋਟੀਵੇਟ ਕਰਨਾ ਹੈ, ਇਹਦੇ ਬਾਰੇ ਆਪਾਂ ਨੂੰ ਹੋਰ ਸੈਸ਼ਨ ਰੱਖਣ ਦੀ ਲੋੜ ਹੈ, ਜਿਹੜੀ ਕਿ ਜ਼ਰੂਰ ਰੱਖਾਂਗੇ। ਤੇ ਹਾਂਜੀ, ਹੁਣ ਆਪਾਂ ਉਸ ਤੋਂ ਅੱਗੇ ਤੁਰਦੇ ਹਾਂ। ਅਖੀਰ ਦੇ ਵਿੱਚ ਸਾਡੇ ਕੋਲ ਸਾਡੇ ਲੋਕਲ ਬੁਲਾਰੇ ਸਰਦਾਰ ਡਾਕਟਰ ਰਮਿੰਦਰ ਸਿੰਘ ਜੀ। ਡਾਕਟਰ ਰਮਿੰਦਰ ਸਿੰਘ ਜੀ DL MBE ਦੇ ਮਾਲਕ, ਹੈਡ ਆਫ ਡਿਪਾਰਟਮੈਂਟ ਰਿਟਾਇਰਡ ਬ੍ਰੈਡਫੋਰਡ ਕਾਲਜ ਦੇ ਵਿੱਚੋਂ। ਅੱਜ ਉਹ ਸਾਡੇ ਪਾਸ, ਉਹ ਵੀ ਆਪਣੇ ਸੰਗਤ ਦੇ ਰੂਪ ਵਿੱਚ ਬੈਠ ਰਹੇ ਹਨ। ਮੈਂ ਹੁਣ ਉਹਨਾਂ ਨੂੰ ਆਪਾਂ ਇਹ ਇੱਥੇ ਸਟੇਜ 'ਤੇ ਆਉਣ ਦਾ ਸੱਦਾ ਦੇਵਾਂਗੀ ਕਿ ਅੱਜ ਦੇ ਜੋ ਬੁਲਾਰੇ ਹਨ ਉਹਨਾਂ ਦਾ ਉਹ ਧੰਨਵਾਦ ਕਰਨ, ਅਤੇ ਉਹਨਾਂ ਦਾ ਜਿਹੜਾ ਰਿਵਿਊ ਇਹਨਾਂ ਦੇ ਮੁਤਾਬਕ ਜੋ ਹੋਊਗਾ ਤੇ ਉਹ ਦੱਸਣ। ਤੇ ਪ੍ਰੋਫੈਸਰ ਡਾਕਟਰ ਰਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ, ਕਿਉਂਕਿ ਬਾਕੀ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਬਿਲਕੁਲ ਸੱਚੇ ਮਨੋਂ ਕਹਿਣਾ, ਜੋ ਮੈਂ ਸੋਚ ਕੇ ਆਇਆ ਸਾਂ ਮੈਨੂੰ ਉਹ ਸਭ ਕੁਝ ਭੁੱਲ ਗਿਆ। ਬਿਲਕੁਲ ਸੱਚੀ ਗੱਲ ਹੈ। ਉਹਦੀ ਵਜ੍ਹਾ ਨੇ ਉਹ ਮੈਂ ਤੁਹਾਨੂੰ ਦੱਸਣੀ ਨਹੀਂ ਚਾਹੁੰਦਾ। ਬਾਕੀ ਸਟੇਜ ਦੇ ਮਾਲਕ, ਸੰਭਾਲਣ ਵਾਲੇ, ਉਹ ਜਾਣਦੇ ਨੇ ਕਿ ਮੈਂ 27-28 ਸਾਲ ਹਾਇਰ ਐਜੂਕੇਸ਼ਨ 'ਚ ਕੰਮ ਕੀਤਾ।
ਸਟੂਡੈਂਟਸ ਨੂੰ, ਕਿਸੇ ਲੈਕਚਰਰ ਨੂੰ ਸਣੇ ਸੁਰਿੰਦਰ ਕੌਰ ਦੇ ਕਦੀ 40 ਮਿੰਟ ਤੋਂ ਵੱਧ ਨਹੀਂ ਦਿੱਤੇ ਬੋਲਣ ਵਾਸਤੇ, ਕਿਉਂਕਿ ਕਨਸੈਂਟਰੇਸ਼ਨ ਕਿਸੇ ਵਿਸ਼ੇ ਤੇ 40 ਮਿੰਟਾਂ ਤੋਂ ਵੱਧ ਕਰਨੀ ਬੜੀ ਔਖੀ ਹੈ। ਸੋ ਸਭ ਨਾਲੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ, ਜਿਹੜੇ ਇੰਨੇ ਸ਼ਾਂਤੀ ਦੇ ਨਾਲ, ਇੰਨੇ ਸਬਰ ਦੇ ਨਾਲ, ਇੰਨੀ ਕੱਟੜਤਾ ਦੇ ਨਾਲ ਜਾਂ ਦ੍ਰਿੜਤਾ ਦੇ ਨਾਲ ਬੈਠੇ ਸਾਡੀਆਂ ਗੱਲਾਂ, ਜਾਂ ਜਿਹੜੇ ਬਾਹਰੋਂ ਆਏ ਬੁਲਾਰੇ ਨੇ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ ਹੋ। ਮੈਂ ਉਹਨਾਂ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ, ਕਿਉਂਕਿ ਤੁਹਾਡੇ 'ਚੋਂ ਬਹੁਤ ਬੰਦੇ ਜਾਣਦੇ ਵੀ ਹੋਣਗੇ ਮੈਂ ਲਗਾਤਾਰ ਲਿਖਦਾ ਵੀ ਰਹਿਣਾ ਪੰਜਾਬੀ 'ਚ। ਮੈਂ ਪੰਜਾਬੀ ਦੀ ਵੀ ਟੀਚਰ ਟ੍ਰੇਨਿੰਗ ਦੇ ਵਿੱਚ ਵੀ ਕੰਮ ਕੀਤਾ, ਲੇਕਿਨ ਮੈਂ 1979 ਦਾ ਪੰਜਾਬੀ ਦੀਆਂ ਮੁਸ਼ਕਲਾਂ ਬਾਰੇ ਇੱਕ ਲਿਖਿਆ ਲੇਖ ਅੱਜ ਸਵੇਰੇ 9:30 ਵਜੇ ਆਪਣੇ ਕੰਪਿਊਟਰ ਤੇ ਦੇਖਿਆ। ਉਹਦੇ ਮਗਰੋਂ ਮੈਂ ਜਿਹੜਾ ਇਸ ਫਰਵਰੀ ਦੇ ਵਿੱਚ ਮੈਂ ਇੱਕ ਲੇਖ ਲਿਖਿਆ ਸੀ ਦੇਸ਼ ਪ੍ਰਦੇਸ਼ ਦੇ ਵਿੱਚ, ਉਹ ਪੜ੍ਹਿਆ। ਮੈਨੂੰ ਦੋਹਾਂ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਇਆ ਕਿ ਪੂਰੇ 40 ਸਾਲਾਂ ਤੋਂ ਬਾਅਦ ਜਿਹੜੀਆਂ ਗੱਲਾਂ ਅਸੀਂ ਬੀਬੀ ਔਲਖ ਤੋਂ ਸੁਣੀਆਂ, ਉਹ ਗੱਲਾਂ ਐਨ ਰਿਪੀਟਡਲੀ ਪੂਰੇ 40 ਸਾਲ ਪਹਿਲਾਂ ਮੈਂ ਕੀਤੀਆਂ ਸੀ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਥੇ ਪਹੁੰਚੇ ਹਾਂ, ਕਾਹਤੇ ਨਹੀਂ ਪਹੁੰਚੇ ਜਾਂ ਕਿਉਂ ਪਹੁੰਚੇ ਹਾਂ, ਉਹ ਤੁਸੀਂ ਬਾਹਰਲੇ ਬੁਲਾਰਿਆਂ ਤੋਂ ਸਹੀ ਭੰਤ ਸੁਣ ਲਿਆ। ਤਾਂ ਦੂਜਾ ਥੈਂਕ ਯੂ ਮੈਂ ਸਥਾਨਕ ਗੁਰਦੁਆਰੇ ਦਾ ਕਰਦਾ, ਕਿਉਂਕਿ ਜਿਨ੍ਹਾਂ ਨੇ ਇਹ ਉਪਰਾਲਾ ਜਿਹੜਾ ਨਾ ਉਹਦਾ ਪ੍ਰਬੰਧ ਕੀਤਾ, ਸੁਰਿੰਦਰ ਦਾ, ਕੇਵਲ ਹੋਣਾ ਦਾ, ਤਾਂ ਬਾਹਰੋਂ ਆਏ ਸਾਰੇ ਬੁਲਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਤੁਹਾਡੇ ਸਬਰ ਨੂੰ ਹੋਰ ਟੈਸਟ ਕਰਨਾ ਸਹੀ ਨਹੀਂ ਸਮਝਦਾ। ਬਾਕੀ ਜੇ ਸੁਰਿੰਦਰ ਨੇ ਤੁਹਾਨੂੰ 4 ਵਜੇ ਤਾਈਂ ਇੱਥੇ ਰੱਖਣਾ, ਇਹ ਉਹਦੀ ਮਰਜ਼ੀ, ਪਰ ਮੈਂ ਅਖੀਰ ਦੇ ਵਿੱਚ ਕੋਈ ਜੋ ਇਹਨੇ ਮੇਰੇ ਕੋਲੋਂ ਆਸ ਰੱਖੀ ਸੀ ਕਿ ਮੈਂ ਉਹਦੀ ਸਾਰੀ ਸਮਰੀ ਦੱਸਾਂ, ਉਹਦਾ ਕੋਈ ਮਤਲਬ ਨਹੀਂ ਬਣਦਾ ਹੁਣ ਇਸ ਸਮੇਂ। ਸੋ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਿ ਤੁਸੀਂ ਆ ਮੇਰਾ ਜਿਹੜਾ 1.5-2 ਮਿੰਟ ਹੈ ਉਹ ਵੀ ਸਬਰ ਨਾਲ ਸੁਣ ਲਏ। ਥੈਂਕ ਯੂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਹ ਸਨ ਸਾਡੇ ਡਾਕਟਰ ਪ੍ਰੋਫੈਸਰ ਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਮੇਰਾ ਖਿਆਲ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਬਹੁਤ ਵੱਡਾ ਸੁਨੇਹਾ ਦੇ ਦਿੱਤਾ ਵੀ ਆਪਾਂ ਨੂੰ ਮੈਂ ਕਿਹਾ ਅੱਧਾ ਘੰਟਾ ਵੱਧ ਤੋਂ ਵੱਧ ਜਿਹੜੀ ਹੈਗੀ ਆ, ਜਿਹੜੀ ਤੁਹਾਡੀ ਕਨਸੈਂਟਰੇਸ਼ਨ ਆ, ਜਿਹੜਾ ਫੋਕਸ ਆ ਰਹਿੰਦਾ, ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਉਹ ਆਪਣਾ ਪਹਿਲਾਂ ਵਿੱਚ ਆਪਣੀ ਜਿਹੜੀ ਕਨਸੈਂਟਰੇਸ਼ਨ ਮੁੱਕ ਜਾਂਦੀ ਹੈ। ਚਲੋ ਹੁਣ ਆਪਾਂ ਹੋਰ ਟਾਈਮ ਨਹੀਂ ਬਰਬਾਦ ਕਰਦੇ। ਮੈਂ ਸਿਰਫ 2 ਮਿੰਟ ਦੇ ਲਈ ਮੈਂ ਜੋ ਆਪਣੇ ਬੁਲਾਰੇ ਨੇ ਉਹਨਾਂ ਦਾ ਤਾਂ ਮੈਂ ਤਾਂ ਪ੍ਰੋਫੈਸਰ ਮਿੰਦਰ ਸਿੰਘ ਨੇ ਧੰਨਵਾਦ ਕਰ ਹੀ ਦਿੱਤਾ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ। ਉਸੇ ਨਾਲ ਹੀ 3-4 ਪੁਆਇੰਟ ਜਿਹੜੇ ਹੈਗੇ ਆ ਜਿਹੜੇ ਮੈਂ ਆਪਣੇ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਹਾਂ ਕਿ ਮੇਰਾ ਖਿਆਲ ਨਾਲ ਮੈਨੂੰ ਹੁਣ ਇਹ ਨਹੀਂ ਯਾਦ ਆ ਰਿਹਾ ਵੀ ਆਪਣੇ ਪ੍ਰੋਫੈਸਰ ਆਪਣੇ ਡਾਕਟਰ ਕੰਡੋਲਾ ਜੀ ਹੋਣਾ ਨੇ ਕਿਹਾ ਸੀ ਜਾਂ ਪ੍ਰੋਫੈਸਰ ਆਪਣੇ ਢਿੱਲੋਂ ਜੀ ਹੋਣਾ ਨੇ ਇਹ ਕਿਹਾ ਸੀਗਾ ਵੀ ਜੋ ਸਾਡੀ ਪੰਜਾਬੀ ਆ, ਅਸੀਂ ਇਸ ਨੂੰ ਭਾਵਕ ਤਰੀਕੇ ਦੇ ਨਾਲ ਅਗਰ ਰੱਖਾਂਗੇ, ਸੋਚਾਂਗੇ, ਮੇਰੇ ਖਿਆਲ ਵਿੱਚ ਆਪਾਂ ਕਿਤੇ ਨਹੀਂ ਪਹੁੰਚ ਸਕਦੇ। ਕਿਉਂਕਿ ਜੋ ਭਾਵਕ ਤਰੀਕੇ ਨਾਲ ਕਵਿਤਾ ਲਿਖੀਆਂ ਜਾਂਦੀਆਂ, ਜਿਸ ਤਰ੍ਹਾਂ ਮੈਂ ਕਈ ਵਾਰੀ ਆਪਣਾ WhatsApp 'ਤੇ ਕਵਿਤਾ ਪਾਈਆਂ ਹੁੰਦੀਆਂ ਨੇ, ਮੈਂ ਆਪਣੀ ਪੰਜਾਬੀ ਸਾਡੀ ਉਰਦੂ ਸਾਡੀ ਭਾਬੀ ਲੱਗਦੀ, ਪੰਜਾਬੀ ਸਾਡੀ ਮਾਂ ਬੋਲੀ, ਕੁਛ ਇੱਦਾਂ ਦਾ, ਮੈਂ ਉਰਦੂ ਸਾਡਾ ਭਰਾ ਲੱਗਦਾ, ਇੱਦਾਂ ਦੀਆਂ ਕਵਿਤਾ ਪਾਉਂਦੇ। ਇਹ ਸਿਰਫ ਔਰ ਸਿਰਫ ਭਾਵੁਕ ਗੱਲਾਂ ਨੇ, ਇਹ ਸਾਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦੀਆਂ। ਇਸ ਕਰਕੇ ਜਿਹੜੀਆਂ ਪੰਜਾਬੀ ਕਵਿਤਾਵਾਂ ਦਾ ਮੇਰਾ ਖਿਆਲ ਭਾਵੁਕਤਾ ਤੋਂ ਬਗੈਰ ਉਹਦੇ ਵਿੱਚ ਬਾਹਲਾ ਕੁਛ ਨਹੀਂ ਹੁੰਦਾ ਹੈਗਾ। ਇਸ ਕਰਕੇ ਆਪਾਂ ਸੋਚਦੇ ਹਾਂ ਵੀ ਆਪਾਂ ਜਿਸ ਤਰ੍ਹਾਂ ਕਿ ਪ੍ਰੋਫੈਸਰ ਢਿੱਲੋਂ ਜੀ ਹੋਰਾਂ ਨੇ ਬੜੇ ਤਰੀਕੇ ਨਾਲ ਕਿਹਾ, ਆਪਾਂ ਉਹ ਗੱਲ ਕਰੀਏ ਜਿਹਦੇ ਨਾਲ ਸਾਡੀ ਪੰਜਾਬੀ ਇੱਥੋਂ ਤੁਰੇ। ਜਿਸ ਤਰ੍ਹਾਂ ਕਿ ਪ੍ਰੋਫੈਸਰ ਮਿੰਦਰ ਜੀ ਹੋਰਾਂ ਨੇ, ਡਾਕਟਰ ਮਿੰਦਰ ਹੋਰਾਂ ਨੇ ਇਹੀ ਗੱਲ ਕਹੀ ਆ ਵੀ 40-50 ਸਾਲ ਬਾਅਦ ਵੀ ਅਸੀਂ ਮੁੜ ਉਸੇ ਘੇਰੇ ਦੇ ਵਿੱਚ, ਉਸੇ ਚੱਕਰ ਦੇ ਵਿੱਚ ਪਏ ਹੋਏ ਹਾਂ। ਕੋਈ ਬਾਹਲੀ ਤਰੱਕੀਆਂ ਨਹੀਂ ਹੋ ਰਹੀਆਂ। ਹੁਣ ਟਾਈਮ ਆ ਗਿਆ ਹੈ ਵੀ ਅਸੀਂ 21ਵੀਂ ਸਦੀ 22ਵੀਂ ਸਦੀ ਵਿੱਚ ਲੰਘ ਰਹੇ ਹਾਂ। ਕੁਛ ਇਹਦੇ ਬਾਰੇ ਥੋੜ੍ਹੇ ਅੱਗੇ ਕਰੀਏ। ਇੱਕ ਤਾਂ ਇਹ ਪੁਆਇੰਟ ਹੈਗਾ। ਦੂਸਰੀ ਚੀਜ਼ ਇਹ ਹੈਗੀ ਆ ਵੀ ਜੋ ਆਪਣੇ ਗੁਰਦੁਆਰੇ ਨੇ ਉਹ ਪੰਜਾਬੀ ਸਿਖਾਲਤ ਦੇ ਵਿੱਚ ਬਹੁਤ ਹੀ ਵੱਡਾ ਰੋਲ ਅਦਾ ਕਰ ਰਹੇ ਨੇ। ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਾਂਗੀ ਕਿ ਅੱਜ ਤੋਂ 30-40 ਸਾਲ ਪਹਿਲਾਂ
ਜੋ ਸਾਡਾ ਪੰਜਾਬੀ ਸਿਖਾਉਣ ਦੀਆਂ ਕਲਾਸਾਂ ਮੇਨ ਸਟਰੀਮ ਦੇ ਵਿੱਚ ਹੁੰਦੀਆਂ ਸੀ, ਕਾਉਂਸਲ ਵੱਲੋਂ ਦਿੱਤੀਆਂ ਜਾਂਦੀਆਂ ਸੀ, ਕੁਆਲੀਫਾਈਡ ਟੀਚਰਾਂ ਵੱਲੋਂ ਪੜ੍ਹਾਇਆ ਜਾਂਦਾ ਸੀ ਤੇ ਉਹਨਾਂ ਦਾ ਖਰਚਾ ਤੇ ਕਾਉਂਸਲ ਵਿੱਚ ਹੀ ਹੁੰਦਾ ਸੀ। ਉਹ ਅਸੀਂ ਸਾਰਾ ਕੁਝ ਚੱਕ ਕੇ ਆਪਣੇ ਗੁਰਦੁਆਰਿਆਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਲੈ ਲਈਆਂ, ਲੇਕਿਨ ਸਾਡੀ ਇਸ ਦੇ ਮੁਤਾਬਕ ਜਿਹੜੇ ਰਿਸੋਰਸਸ ਹੈਗੇ ਆ, ਸਮੱਗਰੀ ਉਹ ਟੀਚਰਾਂ ਨੂੰ ਆਪਣਾ ਟ੍ਰੇਨ ਕਰਨ ਦੀ, ਸਿਖਲਾਈ ਦੇਣ ਦੀ ਸਾਡੇ ਪਾਸ ਜਿਹੜੇ ਉਹ ਰਿਸੋਰਸਸ ਨਹੀਂ ਹੈਗੇ ਤੇ ਨਾ ਹੀ ਸਾਡਾ ਟਾਈਮ ਹੈ। ਜਿਹਨੂੰ ਪੰਜਾਬੀ ਬੋਲਣੀ ਉਹਦੇ ਕਹਿੰਦੇ ਚਲੋ ਜੀ ਆ ਜਾਓ ਤੁਸੀਂ ਪੰਜਾਬੀ ਪੜ੍ਹਾਉਣ ਲੱਗ ਜਾਓ। ਇਹ ਇੱਥੇ ਤੱਕ ਕਿ ਜਿਹੜਾ ਸਾਡਾ ਮਿਆਰ ਆ ਉੱਚਾ ਹੋਣ ਦੀ ਥਾਂ ਤੇ ਹੋ ਸਕਦਾ ਥੋੜਾ ਅਸੀਂ ਪਿੱਛੇ ਨੂੰ ਜਾ ਰਹੇ ਹਾਂ। ਸੋ ਇਹ ਦੱਸਦਾ ਮੈਂ ਸੈਕੰਡ ਪੁਆਇੰਟ। ਤੀਸਰੀ ਪੁਆਇੰਟ ਮੈਂ ਕਿਹਾ ਪ੍ਰੋਫੈਸਰ ਢਿੱਲੋਂ ਜੀ ਹੋਣੀ ਕਹਿੰਦੇ ਨੇ ਬਈ ਜਿਹੜੀ ਹੈਗੀ ਆ ਪੰਜਾਬੀ ਬੋਲੀ, ਮੈਂ ਵੀ ਪਹਿਲਾਂ ਕਿਹਾ ਸੀ ਵੀ ਇਹ ਇੱਕ ਸੈਕੰਡ ਲੈਂਗੁਏਜ ਆ, ਇਹ ਸਾਡੀ ਦੂਸਰੀ ਜ਼ੁਬਾਨ ਬਣ ਚੁੱਕੀ ਹੈ। ਸਾਡੀ ਪੰਜਾਬੀ ਸਾਡੇ ਬੱਚਿਆਂ ਦੀ ਇੱਥੇ ਜੋ ਪੈਦਾ ਹੋਇਆ ਪੰਜਾਬੀ ਬੋਲੀ ਉਹਨਾਂ ਦੀ ਦੂਸਰੀ ਜ਼ੁਬਾਨ ਬਣ ਚੁੱਕੀ ਆ। ਪਹਿਲੀ ਜ਼ੁਬਾਨ ਉਹਨਾਂ ਦੀ ਅੰਗਰੇਜ਼ੀ ਆ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਮੇਰੇ ਬੱਚਿਆਂ ਵਿੱਚ ਵੀ ਇਹੀ ਕੁਛ ਆ। ਲੇਕਿਨ ਇਹ ਹੈ ਵੀ ਅੱਜ ਤੋਂ 30 ਸਾਲ ਪਹਿਲਾਂ ਜਦੋਂ ਮੈਂ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਸੀ ਬ੍ਰੈਡਫੋਰਡ ਕਾਲਜ ਦੇ ਵਿੱਚ ਤੇ ਫੇਅਰਫੈਕਸ ਸਕੂਲ ਦੇ ਵਿੱਚ, ਉਸ ਵਕਤ ਵੀ ਅੱਜ ਮੈਨੂੰ ਮੇਰੇ ਦਿਮਾਗ ਵਿੱਚ ਸੋਚਿਆ ਜਦੋਂ ਪ੍ਰੋਫੈਸਰ ਆਪਣੀ ਢਿੱਲੋਂ ਜੀ ਹਣੀ ਇਹ ਕਹਿ ਰਹੇ ਨੇ ਕਿ ਜੇ ਸਾਡੀ ਸਾਊਂਡ ਸਿਸਟਮ ਆ, ਜੋ ਸਾਡੀ ਇੰਟੋਨੇਸ਼ਨ ਆ, ਇਸ ਦੀ ਪ੍ਰੋਬਲਮ ਸਾਡੇ ਟੀਚਰਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣ ਵਿੱਚ ਬਹੁਤ ਜ਼ਿਆਦਾ ਆ ਰਹੀ ਆ। ਉਸ ਵਕਤ ਵੀ ਮੈਂ ਜਿਹੜਾ ਜਿੱਦਾਂ ਹੁਣ ਆਪਾਂ ਜੇ ਦੋ ਸ਼ਬਦ ਵੀ ਲਈਏ ਗੋਰਾ ਤੇ ਘੋੜਾ, ਕੱਗੇ ਤੇ ਕੱਗੇ ਦਾ ਫਰਕ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਸਾਊਂਡ ਵਿੱਚ ਨਹੀਂ ਨਿਕਲ ਰਿਹਾ। 40 ਸਾਲਾਂ ਬਾਅਦ ਅਜੇ ਵੀ ਆਪਾਂ ਉਹੀ ਗੱਲ ਕਰਦੇ ਆ, ਉਹੀ ਪ੍ਰੋਬਲਮ ਹੈਗੀ ਆ। ਇਸ ਕਰਕੇ ਆਪਾਂ ਨੂੰ ਪੰਜਾਬੀ ਨੂੰ ਐਜ਼ ਏ ਦੂਜੀ ਜ਼ੁਬਾਨ ਪੜ੍ਹਾਉਣ ਦੇ ਤਰੀਕਿਆਂ ਬਾਰੇ ਸੋਚਣਾ ਚਾਹੀਦਾ ਹੈ। ਇਹ ਸਾਡੀ ਸਿਖਲਾਈ ਜਿਹੜੀ ਅਧਿਆਪਕਾਂ ਨੂੰ ਇਸ ਦੇ ਬਾਰੇ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਆਪਾਂ ਪਹਿਲਾਂ ਕਹਿ ਚੁੱਕੇ ਵੀ ਸਭਾ ਵੀ ਬਣਨੀ ਚਾਹੀਦੀ ਹੈ। ਤੇ ਦੂਸਰੀ ਚੀਜ਼ ਹੈਗੀ ਬਹੁਤ ਜਿਹੜੀ ਇੰਪੋਰਟੈਂਟ ਆ, ਸਾਡੇ ਆਪਣੇ ਜਿੰਨੇ ਵੀ ਹੁਣ ਬੈਠੇ ਆ ਬਹੁਤੇ ਤਾਂ ਜਾ ਚੁੱਕੇ ਆ ਤੇ ਲੇਕਿਨ ਇਹ ਹੈ ਵੀ ਜਿਸ ਤਰ੍ਹਾਂ ਆਪਾਂ ਗੁਰਦੁਆਰਾ ਸਾਹਿਬ ਆਪਣੇ ਧਰਮਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ, ਆਪਣੀ ਹਿਫਾਜ਼ਤ ਹੇਠ ਰੱਖਿਆ ਹੋਇਆ, 30-40 ਸਾਲਾਂ ਤੋਂ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਜਿਹੜੇ ਗੁਰਦੁਆਰੇ ਨੇ, ਜੋ ਸਾਡਾ ਫੇਥ ਹੈ, ਜੋ ਸਾਡਾ ਧਰਮ ਹੈ, ਇਸ ਨੂੰ ਅਸੀਂ ਬਚਾ ਕੇ ਰੱਖ ਸਕੇ। ਉਹ ਅਸੀਂ ਕਰ ਲਿਆ ਹੈ, ਉਹ ਅਸੀਂ ਕਰ ਚੁੱਕੇ ਹਾਂ। ਮੇਰਾ ਖਿਆਲ ਇਹੋ ਹੀ ਜਜ਼ਬਾ ਅਗਰ ਅਸੀਂ ਪੰਜਾਬੀ ਮਾਂ ਬੋਲੀ ਵੱਲ ਕਰੀਏ ਤਾਂ ਇਹ ਮੈਂ ਕਿਹਾ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ। ਸਾਨੂੰ ਓਨੀ ਗੰਭੀਰਤਾ ਦੇ ਨਾਲ, ਓਨੀ ਸਿੰਸੈਰਿਟੀ ਦੇ ਨਾਲ ਆਪਾਂ ਨੂੰ ਪੰਜਾਬੀ ਭਾਸ਼ਾ ਬਾਰੇ ਵੀ ਸੋਚਣਾ ਚਾਹੀਦਾ ਹੈ। ਤੇ ਅਖੀਰ ਦੇ ਵਿੱਚ ਜਿਹੜਾ ਹੈਗਾ ਮੈਂ ਕਹੂੰਗੀ ਵੀ ਜਿੱਦਾਂ ਜੋ ਪੰਜਾਬੀ ਪੜ੍ਹਾਉਣ ਦੇ ਤਰੀਕੇ ਹੈਗੇ, ਅੱਜ ਤੋਂ 7 ਸਾਲ ਜਦੋਂ ਪਹਿਲਾਂ ਅਸੀਂ ਪੰਜਾਬੀ ਸਿੱਖਦੇ ਸੀ ਪੰਜਾਬ ਦੇ ਵਿੱਚ, ਹਜੇ ਵੀ ਉਹੀ ਆ, ਹਜੇ ਊਠ ਹੀ ਚੱਲੀ ਜਾ ਰਿਹਾ ਹੈ, ਉਹਦੇ ਵਿੱਚ ਕੋਈ ਬਦਲੀ ਨਹੀਂ ਆਈ। ਉਹੋ ਜਿਹੀ ਸਮੱਗਰੀ ਸੀ ਇੱਥੋਂ ਦੇ ਬੱਚਿਆਂ ਦੇ ਲਈ, ਉਹੀ ਕਾਇਦੇ ਕੋਈ ਫਾਇਦੇਮੰਦ ਨਹੀਂ, ਉਸ ਦਾ ਕੋਈ ਫਾਇਦਾ ਨਹੀਂ। ਸਾਨੂੰ ਨਵੇਂ ਕਾਇਦਿਆਂ ਦੀ, ਨਵੇਂ ਕਾਇਦਿਆਂ ਦੀ, ਨਵੀਂ ਸਮੱਗਰੀ ਦੀ ਲੋੜ ਹੈਗੀ ਆ। ਤੇ ਇੰਨਾ ਕੋਈ ਕਹਿੰਦੀ ਫਿਰ ਮੈਂ ਕਹਾਂਗੀ ਬੁਲਾਇਆ ਦਾ ਬਹੁਤ ਬਹੁਤ ਧੰਨਵਾਦ। ਸਭ ਨੇ ਲੰਗਰ ਛਕ ਕੇ ਜਾਣਾ ਹੈ। ਥੈਂਕ ਯੂ ਵੈਰੀ ਮਚ ਇੰਡੀਡ। ਥੈਂਕ ਯੂ ਫਾਰ ਦਾ ਗੁਰਦੁਆਰਾ ਸਾਹਿਬ ਸਿੰਘ ਸਭਾ ਐਂਡ ਸਾਡੇ ਖਾਸ ਕਰਕੇ ਪ੍ਰਵਿੰਦਰ ਸਿੰਘ ਜੀ ਜੋ ਜਨਰਲ ਸੈਕਟਰੀ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਦੀ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦਾ ਦਿਨ ਇੱਥੇ ਪ੍ਰਬੰਧ ਕਰਕੇ ਪੂਰੀ ਅਸੀਂ ਉਹਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਹੈ। ਤੇ ਪ੍ਰਮਾਤਮਾ ਹਮੇਸ਼ਾ ਹੀ ਇਸ ਗੁਰਦੁਆਰਾ ਸਾਹਿਬ ਨੂੰ, ਇਸ ਦੀ ਕਮੇਟੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।